ਗਿਆਨੀ ਜੀ ਨੇ ਜਾਂਦਿਆਂ ਜਾਂਦਿਆਂ ਬਚਨ ਸਰਵਣ ਕੀਤਾ ਵੀ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਧੁੰਦ ਸ਼ਬਦ ਇੱਥੇ ਇਸ ਲਈ ਵਰਤਿਆ ਵੀ ਧੁੰਦ ਜਿਹੜੀ ਹੈ ਬੜੀ ਗਹਿਰੀ ਹੈ। ਧੁੰਦ ਦੇ ਵਿੱਚ ਕਿੰਨੇ ਜ਼ਫਰ ਆ, ਰਾਤਾਂ ਨੂੰ ਸਫ਼ਰ ਕਰੀਦਾ। ਕੋਈ ਕਹਿ ਦਿੰਦਾ ਜੀ ਪੀਲੀਆਂ ਜੀਆਂ ਲਾਈਟਾਂ ਲਾ ਲਓ ਤਾਂ ਦਿਸ ਜਾਂਦਾ, ਕੋਈ ਕੁਛ ਕਹਿ ਦਿੰਦਾ, ਪਰ ਮੈਂ ਵੇਖਿਆ ਜੋ ਮਰਜ਼ੀ ਕਰ ਲਓ ਧੁੰਦ 'ਚ ਨਹੀਂ ਦਿਸਦਾ। ਆਖੋ ਸਤਿਨਾਮ। ਬਥੇਰਾ ਕੁਝ ਕਰ ਕਰਕੇ ਦੇਖਿਆ ਪਰ ਧੁੰਦ 'ਚ ਨਜ਼ਰ ਨਹੀਂ ਆਉਂਦਾ। ਇਸੇ ਲਈ ਫਿਰ ਇੱਥੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਵੀ ਮਿਟੀ ਧੁੰਦ, ਜਿਹੜੀ ਵਹਿਮਾਂ ਭਰਮਾਂ ਰੂਪੀ ਅਗਿਆਨਤਾ ਦੀ ਜਿਹੜੀ ਧੁੰਦ ਸੀ ਨਾ, ਉਹ ਮਿਟ ਗਈ ਜਦੋਂ ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਿਆ। ਸਤਿਨਾਮ। ਤੇ ਕਹਿੰਦੇ ਜੱਗ ਵਿੱਚ ਚਾਨਣ ਹੋ ਗਿਆ। ਕਾਹਦਾ ਚਾਨਣ? ਸੂਰਜ ਤਾਂ ਉਦੋਂ ਪਹਿਲਾਂ ਵੀ ਚੜ੍ਹਦਾ ਸੀ, ਚੰਦਰਮਾ ਉਦੋਂ ਪਹਿਲਾਂ ਵੀ ਚਾਨਣ ਕਰਦਾ ਸੀ, ਸੂਰਜ ਵੀ ਕਰਦਾ ਸੀ, ਦੀਵੇ ਵੀ ਲੋਕ ਬਾਲ ਕੇ ਘਰਾਂ ਵਿੱਚ ਚਾਨਣ ਕਰਦੇ ਸੀ। ਚਾਨਣ ਹੋਇਆ ਲੋਕਾਂ ਦੇ ਮਨਾਂ ਦੇ ਵਿੱਚ, ਚਾਨਣ ਹੋਇਆ। ਸਤਿਨਾਮ। ਜਿਨ੍ਹਾਂ ਨੂੰ ਸਾਰੀ ਸਾਰੀ ਜ਼ਿੰਦਗੀ ਹੋ ਗਈ ਸੀ ਨਾ ਕਬਰਾਂ ਦੇ ਉੱਤੇ ਮੱਥੇ ਟੇਕਦੇ, ਉਹਨਾਂ ਨੇ ਕਿਹਾ ਵੀ ਅੱਜ ਗੁਰੂ ਨਾਨਕ ਦੀ ਗੱਲ ਸੁਣ ਲਈ, ਅੱਜ ਤੋਂ ਆ ਛੱਡ ਦਿੱਤਾ। ਸਤਿਨਾਮ। ਅਜੇ ਤਾਂ ਅਸੀਂ ਪਤਾ ਨਹੀਂ ਕੀ ਕੁਝ ਕਰਦੇ ਹਾਂ। ਸਤਿਨਾਮ। ਕੋਈ ਨਗਾਂ ਦੀਆਂ ਮੁੰਦਰੀਆਂ ਪਾਉਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਰੱਬ ਦੇ ਨਾਮ ਉੱਤੇ ਪਤਾ ਨਹੀਂ ਕਿੰਨੇ ਕੁ ਕਰਮ ਕਾਂਡ ਹੋ ਰਹੇ ਨੇ। ਆਖੋ ਵਾਹਿਗੁਰੂ। ਖੈਰ ਮੈਂ ਸੰਖੇਪ ਚ ਵਿਚਾਰਾਂ ਕਰਨੀਆਂ। ਕਹਿੰਦੇ ਮਿਟੀ ਧੁੰਦ, ਵਹਿਮਾਂ ਭਰਮਾਂ ਰੂਪੀ ਜਿਹੜੀ ਧੁੰਦ ਸੀ, ਕਹਿੰਦੀ ਇਹ ਮਿਟ ਗਈ। ਜਗ ਚਾਨਣ ਹੋਆ, ਤੇ ਕਹਿੰਦੇ ਜਿਉਂ ਕਰ ਸੂਰਜ ਨਿਕਲਿਆ। ਇੱਥੇ ਸੂਰਜ ਆਖਿਆ ਗੁਰੂ ਨਾਨਕ ਸਾਹਿਬ ਨੂੰ। ਆਖੋ ਵਾਹਿਗੁਰੂ। ਰਾਤ ਦੇ ਦੀਵਾਨ ਵਿੱਚ ਬੇਨਤੀ ਕੀਤੀ ਸੀ। ਇੱਕ ਵਿਦਵਾਨ ਨੇ ਇਹ ਗੱਲ ਕਹੀ ਵੀ ਜਿਵੇਂ ਸੂਰਜ ਸਾਰਿਆਂ ਦਾ ਸਾਂਝਾ ਹੈ ਨਾ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਵੀ ਸਾਰਿਆਂ ਦਾ ਹੀ ਸਾਂਝਾ। ਆਖੋ ਵਾਹਿਗੁਰੂ। ਤੇ ਮੇਰੀ ਅੰਤਰੀਮ ਸੋਚ ਇਹ ਸੀ ਵੀ ਸੂਰਜ ਵੇਖੋ ਹੁਣ ਦਿਨੇ ਆਪਣੇ ਕੋਲ ਸੀ, ਰਾਤ ਨੂੰ ਆ ਜਿਹੜੇ ਤੁਹਾਡੇ ਬਾਹਰਲੇ ਦੇਸ਼ਾਂ 'ਚ ਗਏ ਉਹਨਾਂ ਨੂੰ ਫੋਨ ਕਰਕੇ ਵੇਖੋ ਹੁਣ ਸੂਰਜ ਹੋਰ ਕਿਤੇ ਫਿਰਦਾ। ਹੱਕ ਸਤਿਨਾਮ। ਆਪਣੇ ਇੱਥੇ ਹਨੇਰਾ ਹੈ। ਇਸੇ ਤਰ੍ਹਾਂ ਹੀ ਰਾਤ ਨੂੰ ਚੰਦਰਮਾ ਇੱਥੇ ਹੋਏਗਾ, ਦਿਨੇ ਹੋਰ ਕਿਤੇ ਚਾਨਣ ਕਰੇਗਾ। ਪਰ ਗੁਰੂ ਨਾਨਕ ਸਾਹਿਬ ਤਾਂ ਇਸ ਤਰ੍ਹਾਂ ਦੇ ਸੂਰਜ ਨੇ, ਗੁਰੂ ਨਾਨਕ ਸਾਹਿਬ ਤਾਂ ਇਸ ਤਰ੍ਹਾਂ ਦੇ ਰਹਿਬਰ ਨੇ। ਇਹ ਇਉਂ ਨਹੀਂ ਹੈ ਵੀ ਹੁਣ ਸਾਡੇ ਕੋਲ ਨੇ ਤੇ ਕੱਲ ਨੂੰ ਕਿਸੇ ਹੋਰ ਪਾਸੇ ਹੋਣਗੇ। ਇਹ ਤਾਂ ਜ਼ਾਹਰ ਪੀਰ ਜਗਤ ਗੁਰ ਬਾਬਾ, ਜਦੋਂ ਤੁਸੀਂ ਚੇਤੇ ਕਰੋਗੇ ਉਦੋਂ ਹੀ ਤੁਹਾਡੇ ਅੱਗੇ। ਆਖੋ ਸਤਿਨਾਮ। ਜਦੋਂ ਤੁਸੀਂ ਯਾਦ ਕਰੋਗੇ ਉਦੋਂ ਹੀ ਤੁਹਾਡੇ ਕੋਲ ਹੈ। ਆਪਾਂ ਗੁਰੂ ਨਾਨਕ ਸਾਹਿਬ ਨੂੰ ਭੁਲਾ ਦਿੰਨੇ ਆ, ਗੁਰੂ ਨਾਨਕ ਸਾਹਿਬ ਆਪਾਂ ਨੂੰ ਨਹੀਂ ਭੁਲਾਉਂਦੇ। ਆਖੋ ਸਤਿਨਾਮ। ਤਾਂ ਸਾਧ ਸੰਗਤ ਜੀ, ਭਾਈ ਜੀ ਨੇ ਸ਼ਬਦ ਵਰਤਿਆ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਉਂ ਕਰ ਸੂਰਜ ਨਿਕਲਿਆ, ਭਾਵ ਕਿ ਸੱਚ ਦਾ ਚਾਨਣ ਜਦੋਂ ਪ੍ਰਗਟ ਹੋ ਗਿਆ, ਜਦੋਂ ਸੱਚ ਰੂਪੀ ਚੰਦਰ ਸੂਰਜ ਚੜ ਗਿਆ, ਕਹਿੰਦੇ ਤਾਰੇ ਛਪੇ ਅੰਧੇਰ ਪਲੋਵਾ। ਕਹਿੰਦੇ ਜਿਹੜੇ ਫਿਰ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਸੀ ਨਾ ਛੋਟੇ ਛੋਟੇ, ਵੀ ਤੁਸੀਂ ਐਂ ਕਰ ਲਓ ਐਂ ਕਰ ਲਓ, ਕਹਿੰਦੇ ਉਹ ਛਪਣ ਹੋ ਗਏ ਤੇ ਵਹਿਮਾਂ ਭਰਮਾਂ ਰੂਪੀ ਜਿਹੜਾ ਅੰਧੇਰਾ ਸੀ ਉਹ ਦੂਰ ਹੋ ਗਿਆ। ਆਖੋ ਸਤਿਨਾਮ। ਹੁਣ ਤੁਸੀਂ ਦੇਖੋ ਆਪਾਂ ਗੁਰੂ ਨਾਨਕ ਸਾਹਿਬ ਦੇ ਔਲਾਦ ਬੈਠੇ ਆ, ਕੀ ਆਪਾਂ ਵਹਿਮਾਂ ਭਰਮਾਂ ਦੇ ਵਿੱਚੋਂ ਦੂਰ ਹੋ ਗਏ? ਅਜੇ ਤਾਂ ਆਪਾਂ ਇੰਨਾ ਡਰਦੇ ਆ। ਕਈ ਕਹਿਣਗੇ ਜਪਜੀ ਸਾਹਿਬ ਦਾ ਪਾਠ ਜੀ 12 ਵਜੇ ਤੋਂ ਬਾਅਦ ਕਰ ਸਕਦੇ ਹਾਂ। ਆਖੋ ਵਾਹਿਗੁਰੂ। ਇਹ ਵਹਿਮ ਹੀ ਨੇ ਨਾ, ਹੋਰ ਕੀ ਨੇ। ਇੱਕ ਬੀਬੀ ਭੈਣ ਚੰਡੀਗੜ੍ਹ ਉੱਥੇ ਮੈਨੂੰ ਘਰੇ ਮਿਲੀ, ਕਹਿਣ ਲੱਗੀ ਜੀ ਸਾਨੂੰ ਕਿਸੇ ਨੇ ਆਖਿਆ ਵੀ 12 ਵਜੇ ਤੋਂ ਪਹਿਲਾਂ ਪਾਠ ਕਰ ਲਓ ਜਪਜੀ ਸਾਹਿਬ, ਉਸ ਤੋਂ ਬਾਅਦ ਨਹੀਂ ਕਰਨਾ। ਮੈਂ ਕਿਹਾ ਕਿਉਂ, ਪੁੱਠਾ ਪੈਣ ਲੱਗ ਜਾਂਦਾ? ਵੀ ਜਪਜੀ ਸਾਹਿਬ ਦੀ ਬਾਣੀ ਤਾਂ ਜਪਜੀ ਸਾਹਿਬ ਦੀ ਸਮੁੱਚੀ ਬਾਣੀ ਜਦੋਂ ਤੁਹਾਡਾ ਜੀ ਕਰਦਾ 24 ਘੰਟੇ ਉਦੋਂ ਹੀ ਪੋਥੀ ਸਾਹਿਬ ਲੈ ਕੇ ਪੜੋ। ਇਹਦੇ ਚ ਤਾਂ ਵਹਿਮਾਂ ਭਰਮਾਂ ਵਾਲੀ ਕੋਈ ਗੱਲ ਹੀ ਨਹੀਂ। ਆਖੋ ਸਤਿਨਾਮ। ਅੰਮ੍ਰਿਤ ਵੇਲੇ ਵਰਗਾ ਤਾਂ ਆਨੰਦ ਅੰਮ੍ਰਿਤ ਵੇਲੇ ਹੀ ਹੈ। ਪਰ
ਤੁਸੀਂ ਜਿਸ ਟਾਈਮ ਤੁਹਾਡਾ ਚਿੱਤ ਕਰਦਾ ਪੋਥੀ ਸਾਹਿਬ ਲੈ ਕੇ ਜਦੋਂ ਬਹਿ ਜਾਓਗੇ ਤਾਂ ਸਮਝ ਲੈਣਾ ਗੁਰੂ ਸਾਹਿਬ ਤੁਹਾਡੇ ਕੋਲ ਬੈਠੇ ਐ। ਤੁਹਾਡਾ ਜੀ ਕੀਤਾ ਵੀ ਬਾਣੀ ਨੂੰ ਪੜ੍ਹੀਏ, ਆਖੋ ਸਤਿਨਾਮ। ਸਤ ਸੰਗਤ ਜੀ, ਅੱਜ ਗੁਰੂ ਨਾਨਕ ਸਾਹਿਬ ਨੇ ਜਗਤ ਦੇ ਉਦਾਹਰਨ ਵਾਸਤੇ ਘਰੋਂ ਤੁਰਨਾ ਹੈ ਤੇ ਜਾ ਕੇ ਮਹਾਰਾਜ ਸਾਹਿਬ ਭਾਈ ਮਰਦਾਨਾ ਜੀ ਦੀ ਮਾਤਾ ਦੇ ਕੋਲ ਚਲੇ ਗਏ। ਕਹਿਣ ਲੱਗੇ, ਭਾਈ ਆ ਜਿਹੜਾ ਤੇਰਾ ਆ ਮੁੰਡਾ ਹੈ ਨਾ, ਭਾਈ ਮਰਦਾਨਾ ਜੀ ਵੱਲ ਹੱਥ ਕਰਦੇ ਆ, ਇਹ ਤੂੰ ਮੈਨੂੰ ਦੇ ਦੇ, ਇਹਨੇ ਮੇਰੇ ਨਾਲ ਸੇਵਾ ਬੜੀ ਕਰਨੀ ਹੈ। ਤੇ ਭਾਈ ਮਰਦਾਨਾ ਜੀ ਦੇ 7 ਭੈਣ ਭਰਾ ਚੜ੍ਹਾਈ ਕਰ ਚੁੱਕੇ ਸੀ, ਇਕੱਲੇ ਰਹਿ ਗਏ ਸੀ। ਤੇ ਸਤ ਸੰਗਤ ਬਾਈ ਨੇ ਨਾਂ ਰੱਖਿਆ ਸੀ ਮਰ ਜਾਣਾ। ਬੜੀ ਵਾਰੀ ਇਹ ਵਾਰਤਾ ਸੁਣਾਈ। ਮਾਤਾ ਨੇ ਨਾਂ ਰੱਖ ਦਿੱਤਾ ਸੀ ਮਰ ਜਾਣਾ। ਤੇ ਮਾਤਾ ਕਹਿੰਦੀ ਮਰ ਜਾਣੇ ਨੂੰ ਲੈ ਕੇ ਜਾਣਾ? ਕਹਿੰਦੀ ਇਹਨੇ ਮਰ ਹੀ ਜਾਣਾ, ਜੇ ਤੁਹਾਡੇ ਕੰਮ ਆਉਂਦਾ ਤਾਂ ਤੁਸੀਂ ਲੈ ਜਾਓ, ਆਖੋ ਸਤਿਨਾਮ। ਤਾਂ ਮਹਾਰਾਜ ਸੁੱਤੇ ਸਿੱਧ ਬਚਨ ਕਰਦੇ ਐ, ਕਹਿੰਦੇ ਮਰ ਜਾਣਾ? ਕਹਿੰਦੀ ਹਾਂ, ਇਹਦਾ ਨਾਮ ਮਰ ਜਾਣਾ ਰੱਖਿਆ ਵੀ ਦੂਜੇ ਨਹੀਂ ਰਹੇ, ਇਹਨੇ ਕਿਹੜਾ ਬਚਣਾ? ਤੇ ਮਹਾਰਾਜ ਕਹਿੰਦੇ ਮਰਦਾ ਨਾ, ਕਹਿੰਦੇ ਮਾਤਾ ਇਹਨੇ ਨਹੀਂ ਮਰਨਾ, ਆਖੋ ਸਤਿਨਾਮ। ਹੁਣ ਪੜ੍ਹਦੇ ਆ ਨਾ ਭਾਈ ਗੁਰਦਾਸ ਸਾਹਿਬ ਕਹਿੰਦੇ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ, ਅੱਜ ਤੱਕ ਨਾਮ ਜਿਹੜਾ ਉਹ ਅਮਰ ਹੈ ਤੇ ਬਾਣੀ ਦੇ ਵਿੱਚ ਅੰਕਿਤ ਹੋ ਗਿਆ, ਆਖੋ ਸਤਿਨਾਮ। ਸਤ ਸੰਗਤ, ਹੁਣ ਭਾਈ ਮਰਦਾਨਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਨਾਲ ਤੁਰ ਪਏ। ਵੇਈ ਦੇ ਕੰਢੇ ਤੇ ਰਬਾਬ ਵੱਜਣੀ। ਗੁਰੂ ਨਾਨਕ ਸਾਹਿਬ ਨੇ ਲੰਮਾ ਸਮਾਂ ਚੌਂਕੜੀ ਮਾਰ ਕੇ ਬੈਠੇ ਰਹਿਣਾ ਕਰਨਾ, ਬੜੇ ਆਨੰਦ ਦੇ ਵਿੱਚ ਰਹਿਣਾ। ਇੱਕ ਦਿਨ ਕੀ ਹੋਇਆ, ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਬਾਬਾ ਮੈਨੂੰ ਛੁੱਟੀ ਦੇ ਦੇ, ਮੈਨੂੰ ਆਗਿਆ ਦੇ ਦੇ, ਮੈਂ ਘਰ ਜਾਣਾ, ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ, ਆਖੋ ਸਤਿਨਾਮ। ਇਹ ਕਿੱਡੀ ਵੱਡੀ ਗੱਲ ਸੀ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦਾ ਇੱਕ ਅਨਿਖੜਵਾਂ ਅੰਗ, ਤੇ ਅੱਜ ਭਾਈ ਮਰਦਾਨਾ ਜੀ ਕਹਿ ਰਹੇ ਹੈ, ਬਾਬਾ ਹੁਣ ਮੈਨੂੰ ਛੁੱਟੀ ਦੇ ਦਿਓ, ਮੈਂ ਹੁਣ ਤੁਹਾਡੇ ਨਾਲ ਨਹੀਂ ਰਹਿਣਾ। ਗਰੀਬ ਨਵਾਜ਼ ਕਹਿੰਦੇ, ਮਰਦਾਨੇ ਕੀ ਹੋਇਆ? ਦੱਸ ਤਾਂ ਸਹੀ ਹੋਇਆ ਕੀ ਹੈ? ਬਾਂਹ ਤੋਂ ਫੜੀ, ਬਾਂਹ ਤੋਂ ਫੜਿਆ ਤੇ ਕਹਿੰਦੇ ਮਰਦਾਨਿਆਂ ਦੱਸ ਕੀ ਹੋਇਆ? ਕਹਿੰਦੇ ਮਹਾਰਾਜ ਬਸ ਹੁਣ ਆਪਣੀ ਨਿਭਣੀ ਨਹੀਂ, ਮੈਂ ਨਹੀਂ ਰਹਿਣਾ, ਆਖੋ ਸਤਿਨਾਮ। ਹੋਇਆ ਕੀ ਹੈ? ਕਹਿੰਦੇ ਰਬਾਬ ਵੱਜਦੀ ਹੈ, ਤੁਹਾਡੇ ਨੇਤਰ ਬੰਦ ਹੋ ਜਾਂਦੇ ਨੇ, ਆਖੋ ਸਤਿਨਾਮ। ਫਿਰ ਇਹ ਨਹੀਂ ਪਤਾ ਕਿੰਨਾ ਸਮਾਂ ਨੇਤਰਾਂ ਦੇ ਵਿੱਚੋਂ ਜਲ ਚੱਲਦਾ ਰਹੇ ਤੇ ਤੁਹਾਡੀ ਸਮਾਧੀ ਲੱਗੀ ਹੋਈ ਰਵੇ, ਆਖੋ ਸਤਿਨਾਮ। ਵਾਹਿਗੁਰੂ ਜੀ। ਬਾਬਾ ਅਤਰ ਸਿੰਘ ਜੀ ਦਾ ਬਚਨ ਸੁਣਾਇਆ ਸੀ ਨਾ ਇੱਕ ਵਾਰੀ, ਵੀ ਜਦੋਂ ਬਾਬਾ ਜੀ ਨੇ ਤੁਰਿਆ ਕਰਨਾ ਨਾ ਤੇ ਸੇਵਾਦਾਰਾਂ ਨੇ ਖਿਆਲ ਰੱਖਣਾ ਵੀ ਰਸਤੇ ਵਿੱਚ ਕੋਈ ਰੋੜੀ ਵੀ ਨਾ ਪਈ ਹੋਏ, ਨਿੱਕੀ ਜੀ, ਆਖੋ ਵਾਹਿਗੁਰੂ। ਵਾਹਿਗੁਰੂ। ਕਿਉਂ? ਕਹਿੰਦੇ ਨਿੱਕੀ ਜੀ ਰੋੜੀ ਤੇ ਵੀ ਜਦੋਂ ਪੈਰ ਆ ਕੇ ਰਸਨਾ ਤੋਂ ਉਚਾਰਨ ਕਰਨਾ ਨਾ ਵਾਹਿਗੁਰੂ, ਕਹਿੰਦੇ ਵਾਹਿਗੁਰੂ ਕਹਿੰਦਿਆਂ ਸਾਰ ਐਸਾ ਧਿਆਨ ਜੁੜ ਜਾਣਾ, ਹਫਤਾ ਹਫਤਾ ਕਈ ਵਾਰੀ ਉੱਥੇ ਖੜਿਆਂ ਦਾ ਤੇ ਬੈਠਿਆਂ ਦਾ ਹੀ ਲੰਘ ਜਾਣਾ ਕਰਨਾ, ਆਖੋ ਸਤਿਨਾਮ। ਇਹ ਗੱਲ ਹੈ ਬਾਬਾ ਅਤਰ ਸਿੰਘ ਸਾਹਿਬ ਦੀ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਲੰਮਾ ਸਮਾਂ ਚੌਂਕੜੀ ਲੱਗੀ ਰਹਿਣੀ ਕਰਨੀ, ਪੜੀ ਦਾ ਨਾ, ਅੱਠੇ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ, ਰੱਬਾ ਤੇਰੇ ਪਿਆਰਿਆਂ ਦੀ। ਅੱਠੇ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ, ਰੱਬਾ ਤੇਰੇ ਪਿਆਰਿਆਂ ਦੀ। ਅੱਠੇ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ, ਰੱਬਾ ਤੇਰੇ ਪਿਆਰਿਆਂ ਦੀ। ਸਾਰੇ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ, ਰੱਬਾ ਤੇਰੇ ਪਿਆਰਿਆਂ ਦੀ। ਅੱਠੇ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ, ਰੱਬਾ ਤੇਰੇ ਪਿਆਰਿਆਂ ਦੀ। ਅੱਠੇ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ, ਰੱਬਾ ਤੇਰੇ ਪਿਆਰਿਆਂ ਦੀ।
ਅਠੇ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ, ਸਮਾਧੀ ਲੱਗੀ ਰਹਿੰਦੀ ਹੈ। ਰੱਬਾ ਤੇਰੇ ਪਿਆਰਿਆਂ ਦੀ ਅਠੇ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ। ਰੱਬਾ ਤੇਰੇ ਪਿਆਰਿਆਂ ਦੀ ਅਠੇ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ। ਰੱਬਾ ਤੇਰੇ ਪਿਆਰਿਆਂ ਦੀ ਅਠੇ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ। ਰੱਬਾ ਤੇਰੇ ਪਿਆਰਿਆਂ ਬੋਲੋ ਅਠੇ ਪੈਰ ਦੀ ਰਹਿੰਦੀ ਹੈ। ਬੋਲੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ। ਰੱਬਾ ਤੇਰੇ ਪਿਆਰਿਆਂ ਦੀ। ਕਹਿੰਦੇ ਅਠੇ ਪੈਰ ਧਿਆਨ ਵਿੱਚ ਲੰਘ ਜਾਣੇ ਆਖੋ ਸਤਿਨਾਮ। ਤੇ ਭਾਈ ਮਰਦਾਨਾ ਸਾਹਿਬ ਕਹਿਣ ਲੱਗੇ ਸਤਿਗੁਰੂ ਰਬਾਬ ਵਜਾਉਂਦਾ ਮੈਂ ਆਪ ਜੀ ਦੇ ਵੱਲ ਤੱਕਦਾ ਰਹਿਣਾ, ਨੇਤਰਾਂ ਦੇ ਵਿੱਚੋਂ ਜਲ ਚੱਲਦਾ ਰਹਿੰਦਾ ਤੇ ਕੋਈ ਅਗੰਮੀ ਰਸ ਵਿੱਚ ਆਪ ਜੀ ਹੁੰਨੇ ਹੋ ਆਖੋ ਸਤਿਨਾਮ। ਕਹਿਣ ਲੱਗਾ ਮਹਾਰਾਜ ਗੱਲਾਂ ਦੋ ਹੀ ਨੇ ਅੱਜ, ਜਾਂ ਤੇ ਉਹ ਅਵਸਥਾ ਮੈਨੂੰ ਵੀ ਬਖਸ਼ ਦੇ ਤੇ ਜਾਂ ਮੈਨੂੰ ਛੁੱਟੀ ਦੇ ਦੇ ਆਖੋ ਸਤਿਨਾਮ। ਮਹਾਰਾਜ ਸਾਹਿਬ ਨੇ ਗਲਵਕੜੀ ਪਾਈ, ਕਹਿੰਦੇ ਮਰਦਾਨਿਆ ਬੋਲ ਸਤ ਕਰਤਾਰ। ਕਹਿੰਦੇ ਉਹ ਅਵਸਥਾ ਤੈਨੂੰ ਬਖਸ਼ ਦਿੱਤੀ, ਛੁੱਟੀ ਤਾਂ ਜਿੱਦਣ ਭਾਈ ਮਰਦਾਨੇ ਨੇ ਸਰੀਰ ਛੱਡਿਆ ਗੁਰੂ ਨਾਨਕ ਸਾਹਿਬ ਨੇ ਉਚਾਰਨ ਕਰ ਦਿੱਤਾ, ਕਹਿੰਦੇ ਟੂਟੀ ਤੰਤਰ ਬਾਬ ਕੀ ਵਾਜੇ ਨਹੀਂ ਵਿਜੋਗ। ਕਹਿੰਦੇ ਮਰਦਾਨਾ ਨਹੀਂ ਗਿਆ, ਕਹਿੰਦੇ ਰਬਾਬ ਦੀ ਤਾਰ ਹੀ ਟੁੱਟ ਗਈ ਆਖੋ ਸਤਿਨਾਮ। ਤੇ ਬਾਬੇ ਨੇ ਫਿਰ ਹਲ ਵਾਇਆ ਕਰਤਾਰਪੁਰ ਸਾਹਿਬ, ਉਦੋਂ ਬਾਅਦ ਫਿਰ ਆਖੋ ਸਤਿਨਾਮ। ਤੇ ਸਾਧ ਸੰਗਤ ਜੀ ਜਿੱਦਣ ਮਹਾਰਾਜ ਸਾਹਿਬ ਜੀ ਦਾ ਆਨੰਦ ਕਾਰਜ ਸੀ ਨਾ, ਵਿਆਹ ਸੀ, ਤੇ ਭਾਈ ਮਰਦਾਨਾ ਸਾਹਿਬ ਕਹਿਣ ਲੱਗੇ ਮਹਾਰਾਜ ਕੋਈ ਬਖਸ਼ਿਸ਼ ਕਰੋ, ਅੱਜ ਕੋਈ ਨਾਮ ਦਿਓ ਕੁਛ ਨਾ ਕੁਛ ਅੱਜ। ਤੇ ਮਹਾਰਾਜ ਸਾਹਿਬ ਨੇ ਹਵਾ 'ਚ ਇੱਕ ਹੱਥ ਲਾਇਆ, ਕਹਿੰਦੇ ਮਰਦਾਨੇ ਝੋਲੀ ਕਰ। ਝੋਲੀ ਕੀਤੀ ਤੇ ਐ ਪਾਤਾ। ਕਹਿੰਦੇ ਮਹਾਰਾਜ ਇਹ ਕੀ ਹੈ? ਕਹਿੰਦੇ ਰਾਗ ਨਾਦ ਸਭ ਕੁਛ ਤੈਨੂੰ ਦਿੱਤਾ ਆਖੋ ਸਤਿਨਾਮ। ਤੇ ਹੱਸ ਕੇ ਮਰਦਾਨਾ ਕਹਿੰਦਾ ਮਹਾਰਾਜ ਜਦੋਂ ਬੱਚਿਆਂ ਨੂੰ ਭੁੱਖ ਲੱਗੇਗੀ ਕੀ ਕਿਆ ਕਰਾਂਗਾ? ਰਾਗ ਖਾ ਲੋ ਆਖੋ ਸਤਿਨਾਮ। ਉਦੋਂ ਕੀ ਕਰਾਂਗਾ? ਫਿਰ ਮਹਾਰਾਜ ਨੇ ਬਚਨ ਕੀਤੇ, ਮਰਦਾਨਿਆਂ ਜਦੋਂ ਤੱਕ ਤੇਰੀ ਅੰਸ਼ ਬੰਸ ਦੇ ਵਿੱਚ ਰਹਿੰਦੀ ਦੁਨੀਆ ਤੱਕ ਕੋਈ ਕੇਸਾਂ ਨੂੰ ਕੈਂਚੀ ਨਹੀਂ ਨਾ ਲਾਊਗਾ ਤੇ ਰੋਟੀ ਤੋਂ ਭੁੱਖਾ ਨਹੀਂ ਮਰੇਗਾ ਆਖੋ ਸਤਿਨਾਮ। ਇਹ ਬਚਨ ਕੀਤੇ ਭਾਈ ਮਰਦਾਨਾ ਸਾਹਿਬ। ਜਦੋਂ ਤੱਕ ਤੇਰੀ ਅੰਸ਼ ਕੇਸ ਸੁੱਚੇ ਰੱਖੇਗੀ, ਭਾਵ ਕਿ ਨਾਈ ਦਾ ਨਾਪਾਕ ਹੱਥ ਇਹਨਾਂ ਕੇਸਾਂ ਨੂੰ ਨਹੀਂ ਲੱਗੇਗਾ ਆਖੋ ਸਤਿਨਾਮ। ਨਾਪਾਕ ਭਾਵ ਅਪਵਿੱਤਰ। ਜਿੰਨੀ ਦੇਰ ਤੱਕ ਤੇਰੀ ਅੰਸ਼ ਬੰਸ ਆਪਣੇ ਕੇਸ ਸੁੱਚੇ ਰੱਖੇਗੀ। ਸੰਤ ਅਤਰ ਸਿੰਘ ਜੀ ਮਹਾਰਾਜ ਜੀਆਂ ਦਾ ਜੇ ਜੀਵਨ ਪੜੋ ਨਾ ਤੇ ਬਾਬਾ ਅਤਰ ਸਿੰਘ ਸਾਹਿਬ ਦੇ ਜੀਵਨ ਵਿੱਚ ਆਉਂਦਾ ਵੀ ਉਹਨਾਂ ਨੇ ਕਦੇ ਵੀ, ਜਿਵੇਂ ਆਪਾਂ ਪ੍ਰਸ਼ਾਦਾ ਛਕ ਕੇ ਆਪਾਂ ਨੂੰ ਤੇ ਹੁੰਦਾ ਵੀ ਆਪਣੇ ਹੀ ਕੇਸ ਆ ਤੇ ਕਈ ਵਾਰੀ ਹੱਥ ਸੁੱਚੇ ਕੀਤੇ ਬਿਨਾਂ ਧੋਤਿਆਂ ਤੋਂ ਬਿਨਾਂ ਹੀ ਐ ਲਾ ਲੈਨੇ ਆ। ਤੇ ਬਾਬਾ ਜੀ ਨੇ ਕਹਿਣਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੇਸ ਨੇ, ਇਹਨਾਂ ਨੂੰ ਝੂਠਾ ਹੱਥ ਨਾ ਲਾਓ ਆਖੋ ਸਤਿਨਾਮ। ਉਹਨਾਂ ਨੂੰ ਪੁੱਛਿਆ ਬਾਬਾ ਜੀ ਤੁਹਾਡੇ ਬਚਨਾਂ ਦੇ ਵਿੱਚ ਇੰਨੀ ਤਾਕਤ, ਇੰਨੀ ਸੰਗਤ ਅੰਮ੍ਰਿਤ ਛਕਦੀ ਹੈ? ਤੇ ਬਾਬਾ ਜੀ ਨੇ ਹੱਸ ਕੇ ਕਹਿਣਾ ਵੀ ਨਾਮ ਦੀ ਕਮਾਈ ਤਾਂ ਸਾਡੀ ਹੈ ਨਹੀਂ ਆਖੋ ਸਤਿਨਾਮ। ਇਹ ਬਾਬਾ ਅਤਰ ਸਿੰਘ ਕਹਿ ਰਹੇ। ਜਦੋਂ ਦਰਬਾਰ ਸਾਹਿਬ ਜਾਂਦੇ ਤਾਂ 2-2 ਦਿਨ ਬਾਬਾ ਜੀ ਦਰਸ਼ਨੀ ਡਿਉੜੀ ਤੇ ਪੈ ਕੇ ਡੰਡੌਤ ਕਰਕੇ ਸਾਧ ਸੰਗਤ ਜੀ ਨੱਕ ਦੇ ਨਾਲ ਲਕੀਰਾਂ ਹੀ ਕੱਢੀ ਜਾਂਦੇ ਗੁਰੂ ਰਾਮਦਾਸ ਸਾਹਿਬ ਅੱਗੇ ਆਖੋ ਸਤਿਨਾਮ। 2-2 ਦਿਨ ਡੰਡੌਤ ਵਿੱਚ ਪੈ ਰਹਿੰਦੇ ਬਾਬਾ ਅਤਰ ਸਿੰਘ ਸਾਹਿਬ। ਤਾਂ ਸਾਧ ਸੰਗਤ ਬਾਬਾ ਅਤਰ ਸਿੰਘ ਜੀ ਕਹਿੰਦੇ ਵੀ ਇੱਕ ਜ਼ਿੰਦਗੀ 'ਚ ਅਸੂਲ ਜ਼ਰੂਰ ਮਹਾਰਾਜ ਨੇ ਬਖਸ਼ਿਸ਼ ਕੀਤਾ ਵੀ ਅਸੀਂ ਆਪਣੇ ਕੇਸਾਂ ਨੂੰ ਕਦੇ ਝੂਠਾ ਹੱਥ ਨਹੀਂ ਲੱਗਣ ਦਿੱਤਾ ਆਖੋ ਸਤਿਨਾਮ। ਕਿੱਡੀ ਵੱਡੀ ਗੱਲ ਹੈ। ਤੇ ਇੱਥੇ ਗੁਰੂ ਬਾਬਾ ਜੀ ਬਖਸ਼ਿਸ਼ ਕਰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮਰਦਾਨਿਆਂ ਕੇਸ ਸੁੱਚੇ ਰੱਖਿਓ।
ਜਦੋਂ ਤੱਕ ਤੇਰੀ ਉम्मत तेरी अंश वंश केसां दी पालना करेगी, बेअदबी नहीं करेगी, तेरी अंश वंश भुखी नहीं मरेगी। आखो सतनाम। ते हुण जिहड़ियां संगतां जांदियां हरमंदर वाहिगुरू ननकाना साहिब, उत्थे फिर भाई साहब जी दी अंश है, भाई मरदाना जी दी, भाई लाल जी आदि गुरु के सिख, पता नहीं संगतां उन्हां नूं की कुछ अज भी बख्शिशां करके आउंदियां। आखो सतनाम। दूजा बचन कीता मरदानिया, पहर रात रहिंदियां उठ के वाहिगुरू दे गुण गाई, कोई कमी रहिंदी होई नहीं। आखो सतनाम। पहर रात रहिंदियां, देखो ये बचन कीते भाई मरदाना साहब ने, ते जे आपां भी इन्हां नूं मन लांगे ना, उदन भी या परसों चौथे क्या सी भी धन बाबा नंद सिंह जी का बचन है, अमृत वेले उठ के उस दाते दे अगे भखारी बन जाया कर, जे दिन दे विच दाता बन के विचरना तां को सतनाम। जे दिन विच चाहुंदे आ ना भी हथ ऐ नहीं ऐ ही रवे, ते उन्हां ने कहना अमृत वेले उठ के उहदे अगे हथ जोड़ लिया कर। आखो सतनाम। सत संगत जी, महाराज साहिब कहन लगे मरदानिया, अमृत वेला ना छड्डी, सब बख्शिशां दे भंडारे भरे रहणगे, तेरी औलाद ते की तेरे घरों कुत्ते भी रज रज के जाणगे। आखो सतनाम। ते जे अपनी भावना बन जे भी आपां भी आ दो बचन पालने है, महाराज जी जे भाई मरदाना जी नूं ये बचन कीते है, उन्हें पाले ते महाराज जी बचन साडे लई भी ने, असीं भी पालांगे। आखो सतनाम। तीजा की आख्या भी तेरे घरे कोई अतिथि आ जाए, भुखा नहीं तेरे घरों मुड़ना चाहिए। आखो सतनाम। जे भगत कबीर साहब प्रसादा छक रहे हैं, एक कूकर हुंदा है, प्रसादा ध्यान वाहिगुरू दी बंदगी च है, ते ओ थाली विचों प्रसादा लेके भज लिया। आखो सतनाम। ते जे आपां हुंदे आपां तां डला मारना सी चुक के भी है प्रसादा ले गए चुक के। ते भगत कबीर साहब मक्खण दी कौली नाल भज के लैके तुर पे, प्रभु ऐ सुके ना छकियो, मक्खण भी नाल छको। आखो सतनाम। ओनू कूकर दे विचों भी रब नजर आउंदा। कहन लगे मरदानिया, कोई अतिथि आ जावे, बस चेते रखी जो घर दे विच है उहदे अगे रख दें, ओ भुखा ना जाए। आखो सतनाम। एक सिख दे बचन आउंदे ने भी एक दिन दिहाड़ी करके आउंदा है ते थोड़ा जिहा आटा दुकान तो खरीददा है। वो दुकानदार की करदा, वो देखदा भी ये तां थोड़ा जिहा आटा है ते दो कुछ प्रशादे मसां बनणगे, वो ज्यादा पा दिंदा है। ते भाई गुरसिख पुछदा भी ज्यादा क्यों पाता? ते वो कहन लगा भाई साहब जी आ जिन्ना के दे विच है, तुसी 3-4 घर दे विच जी हो, ते इहदे तां 2-3 प्रशादे मसां बनने। ते कहन लगा भी इन्ने दे विच ही सानू सबर। कहन लगा नहीं मैं पैसे ना सी, मैं अपने वल्लों दे देना। ते गुरु का सिख कहन लगा नहीं इन्ना ही लेके जाना। आखो सतनाम। कहंदे 2-3 प्रशादे बने, इन्ने नूं एक फकीर साधु आया, आके आवाज दी सत करतार प्रशादा छकना। कहन लगा कर्मा वालियां एवें टाइम लाउणा सी, बंदगी करांगे, उठ उन्होंने दे आ जाके। आके सतनाम। काम ही निबड़िया। कहन लगे कोई आ जावे घरों भुखा ना मोड़दी। आखो सतनाम। ते भाई मरदाना साहिब गुरु नानक साहब नाल रबाबा वजाउंदे ने। साध संगत जी वेई दे कंडे विच टुब्बी मारी, 3 दिन सतगुरु जी बाहर ना आए। आखो सतनाम। सारियां ने कह दिता हुण गुरु नानक साहब ने नहीं आउणा। आखो वाहिगुरू हुण नहीं आउणा। सारी तलवंडी वाहिगुरू सारा सुल्तानपुर लोधी मुड़ आया वापस। लोग गल्लां करन लगे, कोई कहंदा घाटा पै गया हुणे छाल मार दित्ती, कोई कह दिंदा अद्धी रात जाके उत्थे नदी दे कंढे बहिंदे सी, कोई जानवर खा गया होना। आखो सतनाम। कोई कुछ गल्लां करदा, कोई कुछ गल्लां करदा। सारे मुड़ आए। एक भाई मरदाना साहिब ते बेबे नानकी ए मुड़ के ना आए। आखो वाहिगुरू। उवें
ਵੇਈ ਦੇ ਕੰਢੇ ਬੈਠੇ ਆ। ਲਿਵ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੋੜੀ ਹੋਈ ਹੈ। ਬੇਬੇ ਨਾਨਕੀ ਨੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜੀ ਹੋਈ ਹੈ। ਕਹਿੰਦੇ ਇੱਕ ਦਿਨ ਇੱਕ ਰਾਤ ਲੰਘ ਗਈ, ਦੂਜਾ ਦਿਨ ਲੰਘ ਗਿਆ, ਦੂਜੀ ਰਾਤ ਆ ਗਈ। ਆਖੋ ਸਤਨਾਮ। ਮਾਤਾ ਚੰਦੋ ਰਾਣੀ ਆਈ, ਮਾਂ ਸੁਲੱਖਣੀ ਦੇ ਮਾਤਾ ਜੀ ਆ ਕੇ ਸਿਰ ਤੇ ਹੱਥ ਫੇਰਿਆ, ਧੀਏ ਨਾਨਕੀ ਕਮਲੀ ਨਾ ਬਣ, ਹੈ ਨਹੀਂ ਹੁਣ ਨਾਨਕ ਉਹਨੇ ਮੁੜ ਕੇ ਨਹੀਂ ਆਉਣਾ। ਆਖੋ ਸਤਨਾਮ। ਉੱਠ ਜਾ, ਕਮਲੀ ਨਾ ਬਣ, ਘਰ ਚੱਲੀਏ। ਬੇਬੇ ਨੇ ਉਹਦੇ ਮੁਖ ਦੇ ਅੱਗੇ ਹੱਥ ਰੱਖਿਆ। ਮਾਂ ਉਹ ਕਿਵੇਂ ਡੁੱਬੇ ਪੜਦੇ ਹਨ, ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚਲ ਹੈ ਇਹ ਦਰਿਆ। ਚੰਦੋ ਰਾਣੀ ਨੂੰ ਕਹਿਣ ਲੱਗੀ, ਬੇਬੇ ਨਾਨਕੀ ਇਹ ਪਾਣੀ ਮੇਰੇ ਭਰਾ ਦੇ ਹੁਕਮ ਵਿੱਚ ਵਗਦਾ ਹੈ। ਸਤਿਨਾਮ। ਇਹ ਜਗਤ ਦੇ ਸਿਰਜਣਹਾਰ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਵਗਦਾ ਹੈ। ਇਹ ਪਾਣੀ ਉਹਨੂੰ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਬਾਹੇ ਨਾ ਸਕੈ। ਉਹਨੂੰ ਜਲ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਕਹਿਣ ਲੱਗੀ ਉਹ ਕਿਵੇਂ ਡੁੱਬ ਸਕਦੇ ਨੇ? ਜੀਓ ਕਿਵੇਂ ਡੁੱਬੇ ਜਿਹੜਾ ਡੁੱਬਿਆਂ ਨੂੰ ਤਾਰਦਾ, ਉਹ 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 ਕਿਵੇਂ ਡੁੱਬੇ ਜਿਹੜਾ, ਉਹ ਕਿਵੇਂ ਡੁੱਬੇ ਜਿਹੜਾ ਡੁੱਬਿਆਂ ਨੂੰ ਤਾਰਦਾ, 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 ਡੁੱਬਿਆਂ ਨੂੰ ਤਾਰੇ ਬਾਬਾ, ਡੁੱਬਿਆਂ ਨੂੰ ਤਾਰਦਾ, ਡੁੱਬਿਆਂ ਨੂੰ ਤਾਰੇ ਦਾਤਾ, ਡੁੱਬਿਆਂ ਨੂੰ ਤਾਰਦਾ, ਡੁੱਬਿਆਂ ਨੂੰ ਤਾਰੇ ਬਾਬਾ, ਡੁੱਬਿਆਂ ਨੂੰ ਤਾਰਦਾ, ਡੁੱਬਿਆਂ ਨੂੰ ਤਾਰੇ ਬਾਬਾ, ਡੁੱਬਿਆਂ ਨੂੰ ਤਾਰਦਾ, ਡੁੱਬਿਆਂ ਨੂੰ ਤਾਰੇ ਦਾਤਾ, ਡੁੱਬਿਆਂ ਨੂੰ ਤਾਰੇ ਦਾਤਾ, ਉਹ ਕਿਵੇਂ ਡੁੱਬੇ ਜਿਹੜਾ ਡੁੱਬਿਆਂ ਨੂੰ ਤਾਰਦਾ, 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 ਉਹ ਕਿਵੇਂ ਡੁੱਬਿਆਂ ਨੂੰ ਤਾਰਦਾ। ਕਹਿੰਦੇ ਉਹ ਕਿਵੇਂ ਡੁੱਬ ਸਕਦਾ ਹੈ ਜਿਹੜਾ ਆਇਆ ਹੀ ਤਾਰਨ ਹੋਈ ਹੱਕ ਸਤਨਾਮ।
ਤੀਜਾ ਦਿਨ ਜਦੋਂ ਅੱਧੀ ਰਾਤ ਹੋਈ, ਆਵਾਜ਼ ਆਉਂਦੀ ਹੈ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ। ਜਦੋਂ ਇਹ ਆਵਾਜ਼ ਬੇਬੇ ਦੇ ਕੰਨਾਂ ਦੇ ਵਿੱਚ ਪਈ, ਇੱਕਦਮ ਨੇਤਰ ਖੋਲੇ। ਕੀ ਦੇਖਿਆ? ਨੂਰਾਨੀ ਮੁਖੜਾ ਗੁਰੂ ਨਾਨਕ ਸਾਹਿਬ ਅੱਗੇ ਖੜੇ ਨੇ। ਆਖੋ ਸਤਿਨਾਮ। ਬੇਬੇ ਨੇ ਭੱਜ ਕੇ ਚਰਨਾਂ ਤੇ ਮਸਤਕ ਰੱਖ ਦਿੱਤਾ। ਗੁਰੂ ਬਾਬੇ ਨੇ ਗਲਵਕੜੀ ਵਿੱਚ ਲਿਆ, ਭੈਣ ਤੂੰ ਵੱਡੀ ਐ, ਤੂੰ ਐ ਨਾ ਕਰਿਆ ਕਰ। ਆਖੋ ਸਤਿਨਾਮ। ਬੇਬੇ ਨੇ ਨੇਤਰ ਭਰ ਲਏ, ਕਹਿਣ ਲੱਗੀ, ਉਹ ਭਰਾਵਾ ਕਿਹੜੀਆਂ ਵੱਡੀਆਂ ਦੀਆਂ ਗੱਲਾਂ ਕਰਦਾ, ਮੈਂ ਤਾਂ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਜਦੋਂ ਤੁਸੀਂ ਛੋਟੇ ਜਿਹੇ ਸੀ ਨਾ, ਤੇ ਮੈਂ ਇਕੱਲੇ ਭਰਾ ਦੀ ਨਿਗਾਹ ਨਾਲ ਉਦੋਂ ਵੀ ਨਹੀਂ ਵੇਖਿਆ, ਤੇ ਹੁਣ ਤੇ ਜ਼ਾਹਰ ਕਰਾਮਾਤ ਵਿਖਾਈ। ਆਖੋ ਸਤਿਨਾਮ। ਸੱਚ ਹੈ, ਤੂੰ ਸ੍ਰਿਸ਼ਟੀ ਦਾ ਮਾਲਕ ਹੈ, ਤੂੰ ਦੁਨੀਆ ਦਾ ਮਾਲਕ ਹੈ। ਮਾਲਕ ਤੋਂ ਬਿਨਾਂ ਇਹ ਪਾਣੀ ਕਿਸੇ ਨੂੰ ਆਪਣੇ ਵਿੱਚ 5 ਮਿੰਟ ਨਾ ਰਹਿਣ ਦੇਵੇ। ਆਖੋ ਸਤਿਨਾਮ। ਸਤ ਸੰਗਤ ਜੀ ਕਹਿੰਦੀ, ਮੈਂ ਤਾਂ ਤੁਹਾਨੂੰ ਛੋਟੇ ਜਿਹੇ ਹੁੰਦਿਆਂ ਨੂੰ ਵੀ ਕਦੇ ਕੇਵਲ ਭਰਾ ਸਮਝ ਕੇ ਨਹੀਂ ਸੀ ਖਿਡਾਇਆ। ਆਖੋ ਸਤਿਨਾਮ। ਉਦੋਂ ਵੀ ਕਹਿੰਦੇ ਜਦੋਂ ਮੈਂ ਖਿਡਾਉਂਦੀ ਸੀ ਤੇ ਮੇਰੀ ਭਾਵਨਾ ਇਹੀ ਹੁੰਦੀ ਸੀ, ਹੈ ਮੇਰਾ ਭਰਾ ਪਰ ਹੈ ਇਹ ਰੱਬ। ਆਖੋ ਸਤਿਨਾਮ। ਪਿਛਲੇ ਸਾਲ ਬੜੀ ਇਹ ਧਾਰਨਾ ਪੜੀ ਸੀ, ਭੈਣ ਨਾਨਕੀ। ਅੱਜ ਕੇਵਲ ਆਪਾਂ ਇੱਕ ਲਾਈਨ ਹੀ ਪੜ੍ਹਦੇ ਹਾਂ, ਸਾਰੀ ਕਵਿਤਾ ਨਹੀਂ ਪੜ੍ਹਦੇ। ਫਿਰੇ ਖਿਡਾਉਂਦੀ ਜਗ ਦੇ ਸਿਰਜਨ ਹਾਰੇ ਨੂੰ, ਫਿਰੇ ਖਿਡਾਉਂਦੀ ਜਗ ਦੇ ਸਿਰਜਣ ਹਾਰੇ ਨੂੰ। ਕਰੋ ਕਿਰਪਾ। ਭੈਣ ਨਾਨਕੀ ਫਿਰੇ ਖਿਡਾਉਂਦੀ ਜਗ ਦੇ ਸਿਰਜਣ ਹਾਰੇ ਨੂੰ। ਭੈਣ ਨਾਨਕੀ ਫਿਰੇ ਖਿਡਾਉਂਦੀ ਜਗ ਦੇ ਸਿਰਜਣ ਹਾਰੇ ਨੂੰ। ਭੈਣ ਨਾਨਕੀ ਫਿਰੇ ਖਿਡਾਉਂਦੀ ਜਗ ਦੇ ਸਿਰਜਣ ਹਾਰੇ ਨੂੰ। ਭੈਣ ਨਾਨਕੀ ਫਿਰੇ ਖਿਡਾਉਂਦੀ ਜਗ ਦੇ ਸਿਰਜਣ ਹਾਰੇ ਨੂੰ। ਕਹਿਣ ਲੱਗੀ, ਮੈਂ ਤਾਂ ਉਦੋਂ ਵੀ ਸਿਰਜਣਹਾਰ ਸਮਝ ਕੇ ਲੋਰੀਆਂ ਦਿੱਤੀਆਂ। ਆਖੋ ਸਤਿਨਾਮ। ਬਾਪੂ ਮਹਿਤਾ ਤੇ ਮਾਂ ਤ੍ਰਿਪਤਾ ਰਜ ਰਜ ਤੱਕਦੇ ਨੇ ਦੁਲਾਰੇ ਨੂੰ, ਦੌਲਤਾਂ ਦਾਈ ਦੌਲਤ ਨਾਲ ਭਰ ਗਈ, ਤੱਕ ਕੇ ਗੁਰੂ ਨਾਨਕ ਪਿਆਰੇ। ਸਤ ਸੰਗਤ ਜੀ, ਹੁਣ ਮਹਾਰਾਜ ਨੇ ਬਚਨ ਕੀਤਾ, ਭੈਣੇ ਮੈਂ ਇੱਥੇ 13 ਤੋਲਣ ਆ ਹੱਟੀਆਂ ਚਲਾਉਣ ਲਈ ਨਹੀਂ ਆਇਆ। ਆਖੋ ਸਤਿਨਾਮ। ਮੇਰਾ ਮਕਸਦ ਕੀ ਹੈ? ਮੇਰਾ ਮਕਸਦ ਹੈ ਭੁੱਲੀ ਹੋਈ ਲੁਕਾਈ ਨੂੰ ਸਤਨਾਮ ਦਾ ਮੰਤਰ ਸੁਣਾਣਾ, ਗੁਰੂ ਨਾਨਕ ਦੇ ਨਾਮ ਦਾ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦਾ ਹੋਕਾ ਦੇਣਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮੇਰੇ ਮੁਖੋਂ ਪਹਿਲਾਂ ਨਿਕਲਿਆ ਵੀ ਗੁਰੂ ਨਾਨਕ ਦੇ ਨਾਮ, ਫਿਰ ਉਸ ਗੱਲ ਨੂੰ ਮੈਂ ਇਸ ਲਈ ਬਦਲਿਆ ਕਿ ਗੁਰੂ ਨਾਨਕ ਦਾ ਸਿਧਾਂਤ ਇਹ ਹੈ ਕਿ ਪਰਮੇਸ਼ਵਰ ਦੇ ਨਾਮ ਦਾ ਹੋਕਾ। ਆਖੋ ਸਤਨਾਮ। ਤੇ ਇੱਕ ਬੇਨਤੀ ਕਰਾਂ, ਰਾਤ ਵੀ ਕੀਰਤਨ ਵਿੱਚ ਕੀਤੀ ਸੀ, ਸਾਡੇ ਵਾਸਤੇ ਪਰਮੇਸ਼ਵਰ ਤੇ ਗੁਰੂ ਨਾਨਕ ਸਾਹਿਬ ਇੱਕ ਹੀ ਹੈ। ਆਖੋ ਸਤਨਾਮ। ਸਤ ਸੰਗਤ ਜੀ,
ਕਈ ਕਹਿ ਦਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਤੇ ਰੱਬ ਵਿੱਚ ਕੋਈ ਭੇਦ ਨਹੀਂ, ਆਖੋ ਸਤਿਨਾਮ। ਇਹ ਆਪਾਂ ਪਤਾ ਕਦੋਂ ਕਹਿੰਦੇ ਵੀ ਆਹ ਦੋਵੇਂ ਚੀਜ਼ਾਂ ਭਾਈ ਇੱਕੋ ਜਿਹੀਆਂ, ਇਹਨਾਂ 'ਚ ਕੋਈ ਭੇਦ ਨਹੀਂ, ਆਖੋ ਸਤਿਨਾਮ। ਪਰ ਆਪਣਾ ਮੰਨਣਾ ਇਹ ਹੈ ਵੀ ਇਹ ਦੋਵੇਂ ਹੈ ਹੀ ਇੱਕ ਨੇ, ਆਖੋ ਸਤਿਨਾਮ। ਰੱਬ ਹੀ ਗੁਰੂ ਨਾਨਕ ਹੈ ਤੇ ਗੁਰੂ ਨਾਨਕ ਹੀ ਰੱਬ ਹੈ, ਆਖੋ ਸਤਿਨਾਮ। ਤੇ ਸਤ ਸੰਗਤ ਜੀ, ਫਿਰ ਬੇਬੇ ਨਾਨਕੀ ਤੋਂ ਆਗਿਆ ਲੈ ਕੇ ਇੱਕ ਹੋਰ ਬੇਨਤੀ ਕਰਨਾ, ਜੇ ਭਾਣਾ ਮੰਨਣਾ ਸਿੱਖਣਾ ਹੋਏ ਤੇ ਬੇਬੇ ਦੇ ਜੀਵਨ ਵਿੱਚੋਂ ਸਿੱਖਿਓ। ਰੱਬ ਦੀ ਭੈਣ ਤੇ ਕੁੱਖ ਤੋਂ ਕੋਈ ਔਲਾਦ ਨਹੀਂ ਸੀ ਹੋਈ, ਆਖੋ ਸਤਿਨਾਮ। ਇਤਿਹਾਸ ਵਿੱਚ ਆਉਂਦਾ ਉਹਨੇ ਕਦੇ ਆਖਿਆ ਵੀ ਨਹੀਂ ਸੀ ਵੀ ਜਗਤ ਨੂੰ ਰਹਿਮਤਾਂ ਕਰਨ ਵਾਲਿਆ, ਦਾਤਾਂ ਵੰਡਣ ਵਾਲਿਆ, ਕਿਤੇ ਇੱਕ ਫੁੱਲ ਮੈਨੂੰ ਵੀ ਬਖਸ਼ ਦੇ, ਆਖੋ ਸਤਿਨਾਮ। ਇੱਕੋ ਹੀ ਗੱਲ ਕਹਿੰਦੀ ਸੀ, ਬਸ ਜਦੋਂ ਚੇਤੇ ਕਰਾਂ ਉਦੋਂ ਹੀ ਬਸ ਮੇਰੇ ਕੋਲ ਆ ਕੇ ਬਹਿ ਜਿਓ, ਆਖੋ ਸਤਿਨਾਮ। ਤੇ ਪਿਆਰ ਵੀ ਐਸਾ ਸੀ, ਤਵੇ ਦੇ ਉੱਤੇ ਪ੍ਰਸ਼ਾਦਾ ਪਾਣਾ ਤੇ ਕਹਿਣਾ ਵੀਰਾ ਆ ਥੱਲੇ ਲਾਉਣ ਤੋਂ ਪਹਿਲਾਂ ਪਹਿਲਾਂ ਕੋਲ ਆ ਜਾ ਤੇ ਕੋਲ ਥਾਲ ਰੱਖ ਲੈਣਾ ਵੀ ਇਹਦੇ ਵਿੱਚ ਪਾਉਣਾ, ਆਖੋ ਸਤਿਨਾਮ। ਐਸੀ ਭਾਵਨਾ। ਤੇ ਮਹਾਰਾਜ ਵੀ ਜਿੱਤੇ ਹੁੰਦੇ ਸੀ ਕਹਿਣਾ ਮਰਦਾਨਿਆ ਚੱਲ ਬਈ ਬੇਬੇ ਯਾਦ ਕਰਦੀ ਹੈ, ਚੱਲੀਏ, ਆਖੋ ਸਤਿਨਾਮ। ਸਤ ਸੰਗਤ, ਬਾਬਾ ਸ਼੍ਰੀ ਚੰਦ ਬਾਬਾ ਲਖਮੀ ਚੰਦ ਜੀ ਦੀਆਂ ਦੇ ਹੱਥ ਬੇਬੇ ਦੇ ਹੱਥ ਵਿੱਚ ਫੜਾਤੇ, ਲੈ ਭੈਣੇ ਆ ਤੇਰੇ ਹੀ ਨੇ, ਹੁਣ ਇਹਨਾਂ ਨੂੰ ਤੂੰ ਸਾਂਭੀ, ਆਖੋ ਸਤਿਨਾਮ। ਭਰੋਸਾ ਵੇਖਣਾ ਹੋਵੇ ਤਾਂ ਬੇਬੇ ਦਾ ਜੀਵਨ ਵੇਖਿਓ। ਸਾਰਿਆਂ ਨੇ ਕਹਿ ਦਿੱਤਾ ਗੁਰੂ ਨਾਨਕ ਨੇ ਨਹੀਂ ਬਣਨਾ, ਬੇਬੇ ਦਿਨ ਰਾਤ ਚਮਕਣੀ ਮਾਰ ਕੇ ਵੇਈ ਦੇ ਕੰਢੇ ਬੈਠੀ ਰਹੀ ਵੀ ਗੁਰੂ ਨਾਨਕ ਸਾਹਿਬ ਆਉਣਗੇ, ਆਖੋ ਸਤਿਨਾਮ। ਵਾਹਿਗੁਰੂ ਜੀ। ਸਤ ਸੰਗਤ, ਭਾਈ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਫਿਰ ਸਤ ਸੰਗਤ ਜੀ ਸਤਨਾਮ ਵਾਲਾ ਮੰਤਰ ਜਪਾ ਕੇ ਜੀ ਬਾਬੇ ਤਾਰੀ ਸਾਰੀ ਦੁਨੀਆ। ਸਤਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ। ਸਤਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ। ਸਤਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ। ਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ। ਸਤਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ। ਸਤਨਾਮ ਵਾਲਾ ਮੰਤਰ ਜਪਾ ਕੇ ਜੀ ਮੰਤਰ ਜਪਾ ਕੇ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ। ਸਤਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ। ਸਤਨਾਮ ਵਾਲਾ ਮੰਤਰ ਜਪਾ ਕੇ ਸਾਰੇ ਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ। ਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ। ਸਤਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ। ਪਿਆਰੇ ਜੀ 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 ਬਾਬੇ ਤਾਰੀ ਸਾਰੀ ਦੁਨੀਆ। ਪਿਆਰਿਓ ਬਾਬੇ ਤਾਰੀ ਸਾਰੀ ਦੁਨੀਆ। ਪਿਆਰੇ ਜੀ ਸੰਗਤੇ ਬਾਬੇ ਤਾਰੀ ਸਾਰੀ ਦੁਨੀਆ। ਸੰਗਤੇ ਬਾਬੇ ਤਾਰੀ ਹਾਂ ਬਾਬੇ ਤਾਰੀ ਸਾਰੀ ਦੁਨੀਆ। ਸੰਗਤੇ ਬਾਬੇ ਤਾਰੀ ਸਾਰੀ ਦੁਨੀਆ। ਸੰਗਤੇ
ਬਾਬੇ ਤਾਰੀ ਸਾਰੀ ਦੁਨੀਆ ਸੰਗ ਤੇ ਬਾਬੇ ਤਾਰੀ ਸਾਰੀ ਦੁਨੀਆ ਸਤਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ ਸਤਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ ਸਤਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ ਸਤਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ ਸਤਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ ਸਤਨਾਮ ਵਾਲਾ ਮੰਤਰ ਜਪਾ ਕੇ ਬਾਬੇ ਤਾਰੀ ਸਾਰੀ ਦੁਨੀਆ ਇੱਕ ਸਤਨਾਮ ਦਾ ਮੰਤਰ ਜਪਾ ਕੇ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਦੁਨੀਆ ਤਾਰ ਦਿੱਤੀ। ਆਖੋ ਸਤਨਾਮ। ਹੁਣ ਤੁਸੀਂ ਮੈਂ ਪੁੱਛੀਏ ਆਪਾਂ ਕਿਉਂ ਨਹੀਂ ਤਰੇ? ਆਖੋ ਸਤਨਾਮ। ਤੇ ਮਨ ਅੰਦਰੋਂ ਬੋਲੇਗਾ ਆਪਾਂ ਸਤਨਾਮ ਮੰਤਰ ਜਪਿਆ ਹੀ ਨਹੀਂ। ਆਖੋ ਸਤਨਾਮ। ਸਹੀ ਹੈ ਨਾ? ਆਪਾਂ ਜਪਿਆ ਹੀ ਨਹੀਂ, ਜਪਾਂਗੇ ਤੇ ਆਪਾਂ ਵੀ ਤਰ ਜਾਾਂਗੇ। ਆਖੋ ਸਤਨਾਮ। ਰਾਤ ਵੀ ਬਚਨ ਕੀਤੇ ਸੀ, ਕੋਈ ਵੀ ਪਦਾਰਥ ਕੱਢ ਕੇ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਣਾ ਬਹੁਤ ਸੌਖਾ। ਆਖੋ ਵਾਹਿਗੁਰੂ। ਪੀਜ਼ਿਆਂ ਦਾ ਲੰਗਰ ਲਾਉਣਾ ਬੜਾ ਸੌਖਾ ਹੈ, ਬੜਾ ਪੈਸਾ ਮਹਾਰਾਜ ਨੇ ਸਿੱਖਾਂ ਨੂੰ ਦਿੱਤਾ। ਆਈਸਕ੍ਰੀਮਾਂ ਦਾ ਲੰਗਰ ਲਾਉਣਾ ਬੜਾ ਸੌਖਾ ਹੈ, ਪਕੌੜਿਆਂ ਦਾ ਲਾਉਣਾ ਬੜਾ ਸੌਖਾ ਹੈ, ਜਲੇਬੀਆਂ ਦਾ ਲਾਉਣਾ ਬੜਾ ਸੌਖਾ ਹੈ। ਦੁਨੀਆ ਦੇ ਕਿਸੇ ਵੀ ਪਦਾਰਥ ਦਾ ਲੰਗਰ ਲਾਉਣਾ ਔਖਾ ਨਹੀਂ। ਆਖੋ ਵਾਹਿਗੁਰੂ। ਕੇਵਲ ਗੁਰੂ ਨਾਨਕ ਸਾਹਿਬ ਦਾ ਬਚਨ ਮੰਨਣਾ ਬੜਾ ਔਖਾ। ਆਖੋ ਸਤਿਨਾਮ। ਰਾਤ ਵੀ ਇਹ ਕਿਹਾ ਸੀ ਕਿ ਜੇ ਚਾਹੁੰਦੇ ਹੋ ਨਾ ਵੀ ਗੁਰੂ ਨਾਨਕ ਸਾਹਿਬ ਨੂੰ ਅਸੀਂ ਕੋਈ ਗਿਫਟ ਦਈਏ ਤੇ ਇਹ ਹੈ, ਇਹ ਅਰਦਾਸ ਕਰ ਲਓ ਵੀ ਸੱਚੇ ਪਾਤਸ਼ਾਹ ਮਿਹਰ ਤੁਸੀਂ ਕਰਨੀ ਹੈ ਤੇ ਸਾਡੇ ਤੇ ਇਹ ਕਿਰਪਾ ਕਰ ਦਿਓ ਜਿੰਨੇ ਸਵਾਸ ਬਖਸ਼ੇ ਨੇ ਕਦੇ ਸਾਡੀ ਜ਼ਿੰਦਗੀ ਚ ਇਹੋ ਜਿਹਾ ਦਿਨ ਨਾ ਆਏ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਨਾ ਕੀਤਾ ਹੋਇਆ। ਆਖੋ ਸਤਿਨਾਮ। ਐਵੇਂ ਦਾ ਦਿਨ ਤਾਂ ਬੇਸ਼ੱਕ ਆ ਜਾਏ, ਅਸੀਂ ਕਹੀਏ ਵੀ ਅੱਜ ਤਾਂ ਰੋਟੀ ਖਾਣ ਦਾ ਸਮਾਂ ਹੀ ਨਹੀਂ ਲੱਗਿਆ, ਅੱਜ ਤਾਂ ਆਹ ਕੰਮ ਕਰਨ ਦਾ ਟਾਈਮ ਹੀ ਨਹੀਂ ਲੱਗਾ, ਪਰ ਇਹ ਦਿਨ ਨਾ ਆਏ ਸਾਡੇ ਮੂੰਹੋਂ ਐ ਨਾ ਨਿਕਲੇ ਅੱਜ ਜਪਜੀ ਸਾਹਿਬ ਪੜਨ ਲਈ ਟਾਈਮ ਹੀ ਨਹੀਂ ਲੱਗਾ। ਆਖੋ ਸਤਿਨਾਮ। ਤੇ ਫਿਰ ਬਾਬਾ ਜੀ ਦੇ ਬਚਨ ਰਾਤ ਵੀ ਬੇਨਤੀ ਕੀਤੀ ਸੀ ਵੀ ਮੂਲ ਮੰਤਰ ਦਾ ਜਾਪ ਇੱਕ ਮਾਲਾ ਤੋਂ ਸ਼ੁਰੂ ਕਰੋ, 2 ਤੇ ਆਓ, 3 ਤੇ ਆਓ, 4 ਤੇ ਆਓ, ਹੌਲੀ ਹੌਲੀ ਇਹਨੂੰ 6 ਤੇ ਲੈ ਕੇ ਆਓ। ਆਖੋ ਸਤਿਨਾਮ। ਇਹਦੇ ਵਿੱਚ ਪਤਾ ਨਹੀਂ ਕੀ ਰਾਜ਼ ਹੈ। ਜੇ ਬਾਬਾ ਆਨੰਦ ਸਿੰਘ ਨੇ ਬਚਨ ਕੀਤੇ 6 ਮਾਲਾ, ਜੇ ਬਾਬਾ ਈਸ਼ਰ ਸਿੰਘ ਸਾਹਿਬ ਨੇ ਬਚਨ ਕੀਤੇ 6 ਮਾਲਾ, ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਬਚਨ ਕੀਤੇ 6 ਮਾਲਾ ਮੂਲ ਮੰਤਰ ਦੀਆਂ ਕਰੋ। ਆਖੋ ਸਤਿਨਾਮ। ਤੇ ਤੁਸੀਂ ਰੂਟੀਨ ਬਣਾ ਕੇ ਵੇਖੋ, ਸ਼ੁਰੂ ਦੇ ਵਿੱਚ 2 ਸਵਾ 2 ਘੰਟੇ ਲੱਗਣਗੇ, ਉਦੋਂ ਬਾਅਦ ਤਾਂ ਤਕਰੀਬਨ ਸਵਾ ਘੰਟੇ 1.5 ਘੰਟੇ ਦੇ ਵਿੱਚ ਕੰਮ ਕਰਦਿਆਂ ਫਿਰਦਿਆਂ ਕਦੋਂ ਹੋ ਜਾਂਦੀਆਂ ਪਤਾ ਹੀ ਨਹੀਂ ਲੱਗਦਾ। ਆਖੋ ਸਤਿਨਾਮ। ਇਹ ਨਿਯਮ ਬਣਾਓ ਤਾਂ ਕਵਾਂਗੇ ਵੀ ਆਪਾਂ ਗੁਰੂ ਨਾਨਕ ਸਾਹਿਬ ਦਾ ਜੀਵਨ, ਵਾਹਿਗੁਰੂ ਉਹਨਾਂ ਦੇ ਬਚਨ ਆਪਣੇ ਜੀਵਨ ਵਿੱਚ ਲੈ ਆਂਦੇ। ਖੈਰ ਭਾਈ ਮਰਦਾਨਾ ਜੀ ਨਾਲ ਤੁਰੇ ਤੇ ਫਿਰ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ। ਆਖੋ ਸਤਿਨਾਮ। ਇੱਕ ਦਿਨ ਮਹਾਰਾਜ ਸਾਹਿਬ ਤਲਵੰਡੀ ਆਏ ਹੋਏ ਹੈ, ਆ ਸਾਖੀ ਕਹਿ ਕੇ ਸਮਾਪਤੀ। ਤੇ ਭਾਈ ਮਰਦਾਨਾ ਜੀ ਦੇ ਘਰੋਂ ਬੀਬੀ ਰਾਣੀ ਕਹਿਣ ਲੱਗੀ, ਕਹਿੰਦੇ ਤੁਸੀਂ ਗੁਰੂ ਨਾਨਕ ਸਾਹਿਬ ਨਾਲ ਚਲੇ ਜਾਂਦੇ ਹੋ ਤੇ ਬੀਬੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀਆਂ। ਭਾਈ ਮਰਦਾਨਾ ਜੀ ਕਹਿੰਦੇ ਕੀ ਕਰਦੀਆਂ ਹੁੰਦੀਆਂ? ਕਹਿੰਦੇ ਬੀਬੀਆਂ ਕਹਿਣਗੀਆਂ ਉਹ ਉੱਚੀ ਜਾਤ ਦੇ ਨੇ, ਤੁਸੀਂ ਨੀਵੀਂ ਕੁੱਲ ਦੇ ਵਿੱਚੋਂ। ਭਾਈ ਮਰਦਾਨਾ ਐਵੇਂ ਕਮਲਾ ਹੋਇਆ ਹੋਇਆ ਹੈ, ਖੱਤਰੀਆਂ ਦੇ ਮੁੰਡੇ ਪਿੱਛੇ ਬੇਦੀ ਕੁੱਲ ਦੇ, ਗੁਰੂ ਨਾਨਕ ਸਾਹਿਬ ਬੇਦੀ ਕੁੱਲ ਵਿੱਚੋਂ ਹੋਏ ਨੇ। ਆਖੋ ਵਾਹਿਗੁਰੂ। ਜਿਹੜੇ ਬਚਨ ਉੱਥੇ ਲਿਖੇ ਨੇ ਮੇਰੀ ਜ਼ੁਬਾਨ ਮੰਨ ਨਹੀਂ ਰਹੀ ਵੀ ਮੈਂ ਮੂੰਹ ਤੋਂ ਬੋਲਾਂ। ਆਖੋ ਸਤਿਨਾਮ।
ਆਪਾਂ ਸਤਿਕਾਰ ਨਾਲ ਬੋਲਦੇ ਆਂ ਕਿ ਬੀਬੀ ਰਾਣੀ ਕਹਿੰਦੀ ਹੈ, ਬੀਬੀਆਂ ਕਹਿੰਦੀਆਂ ਨੇ ਬੇਦੀ ਕੁਲ ਭੂਸ਼ਣ। ਗੁਰੂ ਨਾਨਕ ਸਾਹਿਬ ਦੇ ਮਗਰ ਐਵੇਂ ਦਿਨ ਰਾਤ ਰਬਾਬ ਚੁੱਕ ਕੇ ਤੁਰਿਆ ਫਿਰਦਾ, ਆਖੋ ਸਤਿਨਾਮ। ਤੇ ਭਾਈ ਮਰਦਾਨਾ ਸਾਹਿਬ ਕਹਿਣ ਲੱਗੇ, ਭਲੀਏ ਤੂੰ ਕੀ ਆਖਿਆ ਫਿਰ? ਵੇਖੀ ਕਿਤੇ ਤੂੰ ਤਾਂ ਨਹੀਂ ਕੁਝ ਬੋਲਿਆ ਜ਼ੁਬਾਨ ਤੋਂ, ਆਖੋ ਸਤਿਨਾਮ। ਕਹਿਣ ਲੱਗੀ, ਮੈਂ ਕੀ ਕਹਿਣਾ ਸੀ, ਸੱਚ ਹੀ ਬੋਲਦੀਆਂ ਨੇ ਨਾ। ਫਿਰ ਤੁਸੀਂ ਕਿੰਨਾ ਉਹਨਾਂ ਦੇ ਨਾਲ ਦਿਨ ਰਾਤ ਪਿੱਛੇ ਮੁੜ ਕੇ ਵੇਖਦੇ ਹੀ ਨਹੀਂ, ਤੇ ਉਹ ਕਦੇ ਆਪਣੇ ਘਰ ਵੀ ਨਹੀਂ ਆਏ। ਆਪਾਂ ਮੁਸਲਮਾਨ ਆ, ਆਪਾਂ ਨੀਵੀਂ ਕੁੱਲ ਦੇ ਵਿੱਚੋਂ ਆ, ਤਾਂ ਕਰਕੇ ਆਪਣੇ ਕਦੇ ਆਏ ਹੀ ਨਹੀਂ। ਕਹਿਣ ਲੱਗੇ, ਨਹੀਂ ਨਹੀਂ ਐਸੀ ਗੱਲ ਨਹੀਂ। ਗੁਰੂ ਨਾਨਕ ਸਾਹਿਬ ਨਾ ਹਿੰਦੂਆਂ ਦਾ ਤੇ ਨਾ ਉਹ ਮੁਸਲਮਾਨਾਂ ਦਾ, ਆਖੋ ਸਤਿਨਾਮ। ਉਹ ਤਾਂ ਅੱਲਾ ਨੂੰ ਵੀ ਉਨਾ ਹੀ ਪਿਆਰ ਕਰਦਾ ਤੇ ਰਾਮ ਨੂੰ ਵੀ ਉਨਾ ਹੀ ਪਿਆਰ ਕਰਦਾ। ਤੇ ਕਹਿੰਦੇ ਐਂ ਕਹਿ ਲੋ, ਅੱਲਾ ਰਾਮ ਦਾ ਹੀ ਸਰੂਪ ਹੈ ਗੁਰੂ ਨਾਨਕ ਸਾਹਿਬ, ਆਖੋ ਸਤਿਨਾਮ। ਜੀ ਅੱਲਾ ਰਾਮ ਦਾ ਸਰੂਪ ਹੈ, ਵਾਹਿਗੁਰੂ ਗੁਰੂ ਨਾਨਕ ਸਾਹਿਬ ਰਾਮ ਦਾ ਸਰੂਪ ਹੈ, ਵਾਹਿਗੁਰੂ ਗੁਰੂ ਨਾਨਕ ਸਾਹਿਬ ਅੱਲਾ 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 ਦਾ ਸਰੂਪ ਹੈ, ਰਾਮ ਦਾ ਸਰੂਪ ਹੈ, 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 ਅੱਲਾ ਦਾ ਸਰੂਪ ਹੈ, ਵਾਹਿਗੁਰੂ ਗੁਰੂ ਨਾਨਕ ਸਾਹਿਬ ਰਾਮ ਦਾ ਸਰੂਪ ਹੈ, ਵਾਹਿਗੁਰੂ ਗੁਰੂ ਨਾਨਕ ਸਾਹਿਬ ਅੱਲਾ ਦਾ ਸਰੂਪ ਹੈ, ਵਾਹਿਗੁਰੂ ਗੁਰੂ ਨਾਨਕ ਸਾਹਿਬ ਰਾਮ ਦਾ ਸਰੂਪ ਹੈ, ਵਾਹਿਗੁਰੂ ਗੁਰੂ ਨਾਨਕ ਸਾਹਿਬ ਦਾ ਸਰੂਪ ਹੈ, ਵਾਹਿਗੁਰੂ ਗੁਰੂ ਨਾਨਕ ਸਾਹਿਬ ਅੱਲਾ ਦਾ ਸਰੂਪ ਹੈ, ਵਾਹਿਗੁਰੂ ਗੁਰੂ ਨਾਨਕ ਸਾਹਿਬ। ਵਾਹਿਗੁਰੂ ਗੁਰੂ ਨਾਨਕ ਸਾਹਿਬ ਭਾਵ ਇਹਦਾ ਮਤਲਬ ਇਹ ਹੈ ਕਿ ਮੇਰੇ ਮਨ ਦੀ ਭਾਵਨਾ ਸੀ ਵੀ ਵਾਹਿਗੁਰੂ ਤੂੰ ਹੀ ਗੁਰੂ ਨਾਨਕ ਹੈ, ਆਖੋ ਸਤਿਨਾਮ। ਅਸੀਂ ਭਾਵੇਂ ਧੰਨ ਗੁਰੂ ਨਾਨਕ ਕਹਿ ਲਈਏ ਭਾਵੇਂ ਵਾਹਿਗੁਰੂ ਕਹਿ ਲਈਏ ਇੱਕੋ ਹੀ ਗੱਲ ਹੈ, ਸਤਿਨਾਮ ਸ੍ਰੀ ਵਾਹਿਗੁਰੂ। ਤਾਂ ਸਾਧ ਸੰਗਤ ਜੀ ਕਹਿਣ ਲੱਗੀ ਜੀ ਸੱਚੀ ਕਹਿੰਦੀਆਂ ਨੇ ਨਾ? ਕਹਿਣ ਲੱਗੇ ਨਹੀਂ, ਬੀਬੀ ਰਾਣੀ ਕਹਿੰਦੀ ਜੇ ਐਵੇਂ ਦੀ ਗੱਲ ਹੈ ਫਿਰ ਅੱਜ ਤੱਕ ਕਦੇ ਉਹਨਾਂ ਨੇ ਆਪਣੇ ਘਰੇ ਆ ਕੇ ਪ੍ਰਸ਼ਾਦਾ ਤਾਂ ਛਕਿਆ ਹੀ ਨਹੀਂ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਸੱਚ ਦੱਸ ਤੂੰ ਕਦੇ ਗੁਰੂ ਨਾਨਕ ਸਾਹਿਬ ਨੂੰ ਚਿੱਤੇ ਕਰਕੇ ਪ੍ਰਸ਼ਾਦਾ ਬਣਾਇਆ ਵੀ ਹੈ? ਆਖੋ ਵਾਹਿਗੁਰੂ। ਜੇ ਪ੍ਰਸ਼ਾਦਾ ਉਹਨੂੰ ਯਾਦ ਕਰਕੇ ਬਣਾਏਗੀ ਕਰਮਾਂ ਵਾਲੀਏ ਤਾਂ ਹੀ ਆਏਗਾ ਨਾ, ਆਖੋ ਸਤਿਨਾਮ। ਤੇ ਜਿਨਨੇ ਯਾਦ ਕੀਤਾ
ਗੁਰੂ ਨਾਨਕ ਸਾਹਿਬ ਨਾ ਆਉਣ, ਕਹਿੰਦੇ ਇਹ ਹੋ ਨਹੀਂ ਸਕਦਾ। ਕਹਿੰਦੀ ਜੇ ਆਹ ਗੱਲ ਹੈ ਫਿਰ ਮੈਂ ਅੱਜ ਹੀ ਬਣਾਉਣੀ ਹੈ। ਕਹਿੰਦੇ ਤੂੰ ਅੱਜ ਹੀ ਬਣਾ। ਤੇ ਭਾਈ ਮਰਦਾਨਾ ਸਾਹਿਬ ਕਹਿੰਦੇ ਮੈਂ ਮਹਾਰਾਜ ਨੂੰ ਬੁਲਾ ਕੇ ਲੈ ਕੇ ਆਉਣਾ। ਕਿ ਸਤਨਾਮ, ਮੈਂ ਹੁਣੇ ਲੈ ਕੇ ਆਇਆ, ਤੂੰ ਪ੍ਰਸ਼ਾਦਾ ਬਣਾ। ਬੀਬੀ ਪ੍ਰਸ਼ਾਦਾ ਬਣਾਉਂਦੀ ਹੈ। ਭਾਈ ਮਰਦਾਨਾ ਸਾਹਿਬ ਅੱਜ ਨੇਤਰ ਸਜਲ ਨੇ ਵੀ ਬੀਬੀ ਨੇ ਸ਼ੰਕਾ ਕਿਵੇਂ ਕਰ ਲਿਆ ਗੁਰੂ ਦੇ ਉੱਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਸਾਧ ਸੰਗਤ ਜੀ, ਹੁਣ ਜਦੋਂ ਦਰਵਾਜ਼ੇ ਤੋਂ ਬਾਹਰ ਕਦਮ ਰੱਖਿਆ ਨਾ, ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਦਹਲੀਜ਼ ਤੇ ਗਏ, ਕੀ ਵੇਖਿਆ? ਚਿੱਟਾ ਚੋਲਾ, ਚਿੱਟਾ ਦਮਾਲਾ ਸਜਾਇਆ ਹੋਇਆ, ਦਸਤਾਰ ਸਜਾਈ ਹੋਈ ਹੈ, ਹੱਥ ਦੇ ਵਿੱਚ ਮਾਲਾ ਫੜੀ ਹੈ ਤੇ ਮਹਾਰਾਜ ਦਰਵਾਜ਼ੇ ਤੇ ਖੜੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਕਰਮਾਂ ਵਾਲੀਏ ਆ ਵੇਖ। ਆਵਾਜ਼ ਮਾਰੀ ਤੇ ਭਾਈ ਮਰਦਾਨਾ ਜੀ ਨੇ ਚਰਨਾਂ ਤੇ ਸੀਸ ਰੱਖਿਆ। ਕਹਿੰਦੇ ਮਹਾਰਾਜ ਕਿੱਥੇ ਚੱਲੇ ਸੀ? ਕਹਿਣ ਲੱਗੇ ਮਰਦਾਨਿਆਂ ਭੁੱਖ ਬਹੁਤ ਲੱਗੀ ਸੀ, ਮਨ ਕੀਤਾ ਅੱਜ ਤੇਰੇ ਕੋਲ ਪ੍ਰਸ਼ਾਦਾ ਛਕਦੇ ਆ। ਆਖੋ ਸਤਨਾਮ ਜੀ। ਚਿੱਟਾ ਚੋਲਾ ਹੱਥ ਵਿੱਚ ਮਾਲਾ, ਘਰ ਵਾਲੀ ਇਸਤਰੀ ਨੂੰ ਆਵਾਜ਼ ਮਾਰਦੇ ਨੇ, ਵੇਖ ਲੈ ਸਰੂਪ ਰੱਬ ਦਾ। ਚਿੱਟਾ ਚੋਲਾ ਹੱਥ ਵਿੱਚ ਮਾਲਾ, ਵੇਖ ਸਰੂਪ ਰੱਬ ਦਾ। ਚਿੱਟਾ ਚੋਲਾ ਹੱਥ ਵਿੱਚ ਮਾਲਾ, ਦੇਖ ਸਰੂਪ ਰੱਬ ਦਾ। ਚਿੱਟਾ ਚੋਲਾ ਹੱਥ ਵਿੱਚ ਮਾਲਾ, ਦੇਖ ਸਰੂਪ ਰੱਬ ਦਾ। ਦੇਖ ਸਰੂਪ ਰੱਬ ਦਾ। ਚਿੱਟਾ ਚੋਲਾ ਹੱਥ ਵਿੱਚ ਮਾਲਾ, ਚਿੱਟਾ ਚੋਲਾ ਹੱਥ ਵਿੱਚ ਮਾਲਾ, ਵੇਖ ਸਰੂਪ ਰੱਬ ਦਾ। ਚਿੱਟਾ ਚੋਲਾ ਹੱਥ ਵਿੱਚ ਮਾਲਾ, ਵੇਖ ਸਰੂਪ ਰੱਬ ਦਾ। ਹੱਥ ਵਿੱਚ ਮਾਲਾ, ਦੇਖ ਸਰੂਪ ਰੱਬ ਦਾ। ਚਿੱਟਾ ਚੋਲਾ ਹੱਥ ਵਿੱਚ ਮਾਲਾ, ਦੇਖ ਸਰੂਪ ਰੱਬ ਦਾ। ਚਿੱਟਾ ਚੋਲਾ ਹੱਥ ਵਿੱਚ ਮਾਲਾ, ਦੇਖ ਸਰੂਪ ਰੱਬ ਦਾ। ਚਿੱਟਾ ਚੋਲਾ ਹੱਥ ਵਿੱਚ ਮਾਲਾ, ਦੇਖ ਸਰੂਪ ਰੱਬ ਦਾ। ਵੇਖ ਸਰੂਪ ਰੱਬ ਦਾ, ਵੇਖ ਸਰੂਪ ਰੱਬ ਦਾ। ਵੇਖ ਸਰੂਪ ਰੱਬ ਦਾ, ਵੇਖ ਸਰੂਪ ਰੱਬ ਦਾ। ਵੇਖ ਸਰੂਪ ਰੱਬ ਦਾ, ਸਰੂਪ ਰੱਬ ਦਾ। ਸਰੂਪ ਰੱਬ ਦਾ, ਵੇਖ ਸਰੂਪ ਰੱਬ ਦਾ। ਵੇਖ ਸਰੂਪ ਰੱਬ ਦਾ, ਸਰੂਪ ਰੱਬ ਦਾ। ਵੇਖ ਸਰੂਪ ਰੱਬ ਦਾ, ਸਰੂਪ ਰੱਬ ਦਾ। ਚਿੱਟਾ ਚੋਲਾ ਹੱਥ ਵਿੱਚ ਮਾਲਾ, ਚਿੱਟਾ ਚੋਲਾ ਹੱਥ ਵਿੱਚ ਮਾਲਾ, ਵੇਖ ਸਰੂਪ ਰੱਬ ਦਾ। ਚਿੱਟਾ ਚੋਲਾ ਹੱਥ ਵਿੱਚ ਮਾਲਾ, ਵੇਖ ਸਰੂਪ ਰੱਬ ਦਾ। ਚਿੱਟਾ ਚੋਲਾ ਹੱਥ ਵਿੱਚ ਮਾਲਾ, ਦੇਖ ਸਰੂਪ ਰੱਬ ਦਾ। ਚਿੱਟਾ ਚੋਲਾ ਹੱਥ ਵਿੱਚ ਮਾਲਾ, ਦੇਖ ਸਰੂਪ ਰੱਬ ਦਾ। ਗੁਰੂ ਕਿਰਪਾ। ਚਿੱਟਾ ਚੋਲਾ ਹੱਥ ਵਿੱਚ, ਚਿੱਟਾ ਚੋਲਾ ਹੱਥ ਵਿੱਚ ਮਾਲਾ, ਵੇਖ ਸਰੂਪ ਰੱਬ ਦਾ। ਕਹਿੰਦੇ ਆ ਵੇਖ ਗੁਰੂ ਨਾਨਕ ਸਾਹਿਬ ਆਏ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਦੋਹਾਂ ਨੇ ਇਹਨਾਂ ਦੀ ਚਰਨਾਂ ਤੇ ਸੀਸ ਰੱਖ ਲਿਆ, ਨੇਤਰਾਂ ਦੇ ਜਲ ਨਾਲ ਮਹਾਰਾਜ ਸਾਹਿਬ ਦੇ ਚਰਨ ਧੋ ਦਿੱਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਮਰਦਾਨਾ ਸਾਹਿਬ ਤਾਂ ਇੱਕੋ ਗੱਲ ਕਹੀ ਜਾਂਦੇ ਨੇ, ਪਾਤਸ਼ਾਹ ਬਖਸ਼ ਲੈਣਾ, ਪਾਤਸ਼ਾਹ ਬਖਸ਼ ਲੈਣਾ, ਅਸੀਂ ਕਲਯੁਗੀ ਜੀਵ ਸ਼ੰਕਾ ਕਰ ਬੈਠੇ। ਆਖੋ ਸਤਨਾਮ। ਤੇ ਫਿਰ ਭਾਈ ਮਰਦਾਨਾ ਸਾਹਿਬ ਦੇ ਘਰੇ ਗੁਰੂ ਨਾਨਕ ਸਾਹਿਬ ਨੇ ਪ੍ਰਸ਼ਾਦਾ ਛਕਿਆ ਤੇ ਬੇਅੰਤ ਬਖਸ਼ਿਸ਼ਾਂ ਕੀਤੀਆਂ। ਆਖੋ ਸਤਨਾਮ। ਸੋ ਭਾਈ ਸ਼ੁਰੂ ਚ ਆਖਿਆ ਸੀ ਗੁਰ ਕੀ ਮਹਿਮਾ ਕਿਆ ਕਹਾ। ਗੁਰੂ ਸਾਹਿਬ ਦੀ ਮਹਿਮਾ ਕਰਦਿਆਂ ਜੇ ਸਾਰੀ ਰਾਤ ਵੀ ਆਪਾਂ ਗੁਣ ਗਾਉਂਦੇ ਰਹੀਏ ਨਾ ਤੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਜਿਹੜਾ ਉਹ ਮੁੱਕ ਨਹੀਂ ਸਕਦਾ। ਆਖੋ ਸਤਨਾਮ। ਇੰਨੇ ਉਹਨਾਂ ਦੇ ਬਚਨ ਨੇ, ਇੰਨੇ ਇਤਿਹਾਸ ਨੇ, ਇੰਨੀਆਂ ਸਾਖੀਆਂ ਨੇ।
बस यही है कि जिहड़ी आपां साखी सुनते हैं ਉਹਨੂੰ ਆਪਣੇ ਜੀਵਨ ਦੇ ਉੱਤੇ ਢਾਲਣਾ ਹੁੰਦਾ ਹੈ, ਉਹਨੂੰ ਸੁਣ ਕੇ ਛੱਡਣਾ ਨਹੀਂ ਹੁੰਦਾ। ਕੋ ਸਤਿਨਾਮ। ਜਿਵੇਂ ਭੂਮੀਏ ਚੋਰ ਨੇ ਜਦੋਂ ਗੁਰੂ ਨਾਨਕ ਸਾਹਿਬ ਦੇ ਕੀਰਤਨ ਸੁਣੇ ਨਾ ਤੇ ਦੀਵਾਨ ਸੁਣੇ, ਮਹਿਮਾ ਸੁਣੀ, ਤੇ ਮਹਾਰਾਜ ਦੇ ਕੋਲ ਬਹਿ ਗਿਆ। ਧਿਆਨ ਦਿਓ, ਆਖੋ ਵਾਹਿਗੁਰੂ। ਤਾਂ ਕੋਲ ਬਹਿ ਗਿਆ ਤੇ ਮਹਾਰਾਜ ਕਹਿੰਦੇ ਨੇ, ਭੂਮੀਆਂ ਕੀ ਕੰਮ ਕਰਦਾ ਹੁੰਨੇ? ਕਹਿੰਦਾ ਮਹਾਰਾਜ ਚੋਰੀ ਕਰਦਾ ਹੁੰਦਾ। ਆਖੋ ਸਤਿ। ਕੀ ਕਰਦਾ? ਸੱਚ ਬੋਲ ਦਿੱਤਾ। ਤੇ ਕਹਿਣ ਲੱਗਾ ਮਹਾਰਾਜ ਇਹੀ ਬੇਨਤੀ ਹੈ, ਚੋਰੀ ਤੋਂ ਨਾ ਹਟਾਇਓ, ਹੋਰ ਜੋ ਕੁਝ ਮਰਜ਼ੀ। ਆਖੋ ਸਤਿ। ਕਹਿੰਦੇ ਚੱਲ ਕੋਈ ਨਹੀਂ, ਕਰ ਲਿਆ ਕਰ, ਪਰ 3 ਗੱਲਾਂ ਦਾ ਖਿਆਲ ਰੱਖੀ। ਪਹਿਲਾ ਬਚਨ ਇਹ ਹੈ, ਕਦੇ ਝੂਠ ਨਾ ਬੋਲੀ। ਕਦੇ ਵੀ ਜਿਹੜਾ ਆਪਾਂ ਪੈਰ ਪੈਰ ਤੇ ਬੋਲਦੇ ਹਾਂ, ਆਖੋ ਸਤਿਨਾਮ। ਕੀ ਆਖਿਆ? ਪਹਿਲਾ ਬਚਨ ਬੋਲੋ ਹੁਣ, ਝੂਠ ਨਾ ਬੋਲੀ। ਦੂਜਾ ਬਚਨ ਸੀਗਾ, ਨਮਕ ਖਾ ਕੇ ਹਰਾਮ ਨਾ ਕਰੀ। ਤੇ ਤੀਜਾ ਬਚਨ ਕੀਤਾ, ਕਹਿੰਦੇ ਤੇਰੇ ਕਰਕੇ ਗਰੀਬਾਂ ਦੇ ਉੱਤੇ ਮਾਰ ਨਾ ਪਵੇ, ਖਿਆਲ ਰੱਖੀ, ਗਰੀਬ ਮਾਰ ਨਹੀਂ ਕਰਨੀ। ਆਖੋ ਸਤਿਨਾਮ। ਕਹਿੰਦਾ ਮਹਾਰਾਜ ਸੱਤ ਬਚਨ। ਹੁਣ ਸਤਸੰਗ ਵੀ ਕਰਨ ਆਇਆ ਕਰੇ ਤੇ ਚੋਰੀ ਕਰਨ ਵੀ ਜਾਇਆ ਕਰੇ। ਇੱਕ ਦਿਨ ਸੋਚਦਾ ਹੈ ਵੀ ਅੱਜ ਰਾਜੇ ਦੇ ਮਹਿਲਾਂ 'ਚ ਚੋਰੀ ਕਰਦੇ ਆ, ਐਵੇਂ ਰੋਜ਼-ਰੋਜ਼ ਤੁਰੇ ਰਹਿੰਦੇ ਆ, ਥੋੜੇ ਦਿਨ ਵਧੀਆ ਲੰਘ ਜਾਣਗੇ। ਤੇ ਸਾਧ ਸੰਗਤ ਜੀ ਹੁਣ ਚੋਰੀ ਕਰਨ ਚਲੇ ਗਏ। 15-20 ਮਿੰਟ ਉੱਤੇ ਹੋ ਗਏ, ਖਿਮਾ ਕਰਿਓ। ਤਾਂ ਸਾਧ ਸੰਗਤ ਜੀ ਜਦੋਂ ਹੁਣ ਬੜਾ ਸੋਹਣਾ ਪੁਸ਼ਾਕਾ ਪਾਇਆ ਹੋਇਆ, ਬੜੀ ਸੋਹਣੀ ਡਰੈਸ ਪਾਈ ਹੋਈ ਹੈ, ਤੇ ਜਿਹੜਾ ਦੁਆਰ ਤੇ ਗੇਟ ਤੇ ਖੜਾ ਹੈ ਨਾ, ਅੱਧੀ ਰਾਤ ਹੋਈ ਆ, ਉਹ ਕਹਿੰਦਾ ਹਾਂਜੀ ਕਿਹਨੂੰ ਮਿਲਣੇ, ਕਿੱਧਰ ਜਾਣਾ? ਤੇ ਪੱਪੂ ਮੀਆਂ ਨੂੰ ਕੀ ਬਚਨ ਸੀ ਚੇਤੇ ਆ ਗਿਆ, ਗੁਰੂ ਦਾ ਬਚਨ ਵੀ। ਤੇ ਜਿਹੜਾ ਗੇਟ ਤੇ ਪਹਿਰੇਦਾਰ ਸੀ ਉਹਨੂੰ ਕਹਿੰਦਾ ਚੋਰਾਂ ਤੇ ਚੋਰੀ ਕਰਨ ਆਇਆ। ਆਖੋ ਸਤਿਨਾਮ। ਉਹਨੇ ਹੁਣ ਜਦੋਂ ਕੱਪੜੇ ਪਾਏ ਵੇਖੇ ਤੇ ਉਹਨੇ ਸੋਚਿਆ ਵੀ ਇਹ ਰਾਜੇ ਦਾ ਕੋਈ ਖਾਸ ਮਹਿਮਾਨ ਹੋਏਗਾ, ਕੋਈ ਬਹੁਤ ਨੇੜੇ ਦਾ ਹੋਏਗਾ, ਜਿਹੜਾ ਐਵੇਂ ਸਿੱਧਾ ਇਹ ਮਜ਼ਾਕ ਕਰਦਾ। ਐਵੇਂ ਨਾ ਹੋਏ ਕਿਤੇ ਮੈਨੂੰ ਲੰਘਣ ਨਾ ਦਵਾਂ ਤੇ ਸਵੇਰੇ ਮੈਨੂੰ ਖੁੰਝੇ ਲਾਇਆ ਹੋਏ। ਕਹਿੰਦਾ ਜਾਓ ਜੀ। ਉਹਨੇ ਗੇਟ ਖੋਲ ਦਿੱਤਾ, ਕਹਿੰਦਾ ਜਾਓ ਅੰਦਰ। ਆਖੋ ਸਤਿਨਾਮ। ਅੰਦਰ ਜਾ ਕੇ ਸਮਾਨ ਦੀਆਂ ਪੰਨਾਂ ਬੰਨ ਲਈਆਂ। ਤੇ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ ਵੀ ਉੱਥੇ ਕੁਝ ਕੋਈ ਪਦਾਰਥ ਪਿਆ ਚਿੱਟਾ ਜਿਹਾ, ਤੇ ਕਹਿੰਦਾ ਮਨ ਚਾਹੁੰਦਾ ਵੀ ਇਹਨੂੰ ਚੱਖ ਕੇ ਵੇਖਾਂ ਇਹ ਕੀ ਹੈ। ਬੂਰੇ ਵਾਂਗ ਉਹ ਲੱਗਦਾ। ਕਹਿੰਦੇ ਜਦੋਂ ਉਹਨੂੰ ਤਲੀ ਤੇ ਪਾ ਕੇ ਫੱਕਾ ਮਾਰਦਾ ਤਾਂ ਲੂਣ ਸੀ। ਆਖੋ ਸਤਿਨਾਮ। ਹੁਣ ਦੂਜਾ ਬਚਨ ਕੀ ਸੀ? ਲੂਣ ਖਾ ਕੇ ਬੰਨੀਆਂ ਬਣਾਈਆਂ ਪੰਨਾਂ, ਸਾਰਾ ਸਮਾਨ ਉੱਥੇ ਛੱਡ ਦਿੱਤਾ, ਘੋੜੇ ਤੇ ਚੜਿਆ, ਵਾਪਸ ਆ ਗਿਆ। ਦਿਨ ਚੜਿਆ, ਰੌਲਾ ਪੈ ਗਿਆ। ਕਹਿੰਦੇ ਰਾਤ ਚੋਰੀ ਹੋਈ ਹੈ, ਬਈ ਬੜਾ ਤਗੜਾ ਡਾਕਾ ਮਾਰਿਆ, ਪਰ ਹੈਰਾਨੀ ਦੀ ਗੱਲ ਹੈ ਚੋਰ ਪੰਨਾਂ ਬੰਨੀਆਂ ਬਣਾਈਆਂ ਛੱਡ ਕੇ ਚਲੇ ਗਏ। ਆਖੋ ਸਤਿਨਾਮ। ਹੁਣ ਜਿੰਨੇ ਨਿੱਕੇ ਮੁੱਟੇ ਚੋਰਾਂ ਦੇ ਨਾਂ ਦਰਜ ਸੀ ਨਾ ਰਾਜ ਦੇ ਵਿੱਚ, ਸਾਰੇ ਇਕੱਠੇ ਕਰ ਦੱਸੋ ਵੀ ਰਾਤ ਚੋਰੀ ਕੌਣ ਕਰਨ ਆਇਆ ਸੀ? ਹੁਣ ਉਹ ਸਾਰੇ ਕਹਿੰਦੇ ਵੀ ਅਸੀਂ ਤਾਂ ਨਹੀਂ ਕੀਤੀ ਜੀ। ਰਾਜਾ ਕਹਿੰਦਾ ਐ ਨਹੀਂ ਮੰਨਣਾ, ਐ ਕਰੋ ਇਹਨਾਂ ਦੇ ਕੋਰੜੇ ਮਾਰੋ। ਜਦੋਂ ਕੋਰੜੇ ਪੈਣ ਲੱਗੇ ਤੇ ਭੂਮੀਏ ਦੇ ਹੁਣ ਬਚਨ ਚੇਤੇ ਆ ਗਿਆ ਤੀਜਾ, ਵੀ ਗਰੀਬ ਮਾਰ ਨਾ ਹੋ ਜੇ। ਆਖੋ ਸਤਿ। ਘੋੜੇ ਤੇ ਚੜਿਆ ਆ ਗਿਆ, ਕਹਿੰਦਾ ਜੀ ਇਹਨਾਂ ਨੂੰ ਨਾ ਮਾਰੋ, ਚੋਰੀ ਮੈਂ ਕੀਤੀ ਸੀ। ਆਖੋ ਸਤਿ। ਰਾਜਾ ਕਹਿੰਦਾ ਛੱਡ ਦੋ ਸਾਰੇ ਨੂੰ, ਕੋਲ ਬਿਠਾ ਲਿਆ। ਕਹਿੰਦਾ ਤੂੰ ਇਹ ਦੱਸ ਵੀ ਤੂੰ ਬੰਨੀਆਂ ਬਣਾਇਆ, ਇਹ ਸਾਰਾ ਸਮਾਨ ਛੱਡ ਕਿਉਂ ਗਿਆ? ਕਹਿੰਦਾ ਬਸ ਛੱਡਣਾ ਤਾਂ ਕਿੱਥੇ ਸੀ, ਗੁਰੂ ਦੇ ਬਚਨ ਚੇਤੇ ਆ ਗਏ। ਆਖੋ ਸਤਿਨਾਮ। ਕਹਿੰਦੇ ਕੀ? ਕਹਿੰਦਾ ਪਹਿਲਾ ਬਚਨ ਸੀ ਮੇਰੇ ਗੁਰੂ ਦਾ, ਝੂਠ ਨਾ ਬੋਲੀ। ਪੁੱਛ ਲੋ ਜੀ ਆਪਣੇ ਦਵਾਰਪਾਲ ਨੂੰ, ਆਪਣੇ ਪਹਿਰੇਦਾਰ ਨੂੰ, ਗੇਟ ਤੇ ਕਹਿ ਕੇ ਆਇਆ ਮੈਂ ਚੋਰਾਂ ਤੇ ਚੋਰੀ ਕਰਨ ਚੱਲਿਆ। ਆਖੋ ਸਤਿਨਾਮ। ਦੂਜਾ ਬਚਨ ਸੀ ਲੂਣ ਖਾ ਕੇ ਹਰਾਮ ਨਾ ਕਰੀ। ਮੈਂ ਤੁਹਾਡੇ ਘਰ ਦਾ ਅੰਨ ਪਦਾਰਥ ਚੱਖ ਕੇ ਵੇਖ ਲਿਆ ਤੇ ਗੁਰੂ ਦਾ ਬਚਨ ਚੇਤੇ ਆ ਗਿਆ, ਮੈਂ ਬੰਨੀਆਂ ਬਣਾਈਆਂ ਪੰਨਾਂ ਛੱਡ ਦਿੱਤੀਆਂ। ਤੀਜਾ ਬਚਨ ਸੀ ਗਰੀਬ ਮਾਰ ਨਾ ਹੋਏ। ਜਦੋਂ ਪਤਾ ਲੱਗਿਆ ਗਰੀਬਾਂ ਦੇ ਉੱਤੇ ਮਾਰ ਪੈ ਰਹੀ ਹੈ ਤੇ ਗੁਰੂ ਦਾ ਬਚਨ ਚੇਤੇ ਆ ਗਿਆ, ਉਹ ਭੂਮੀਆਂ ਜੇ ਤੇਰੇ ਕਰਕੇ ਗਰੀਬ ਮਾਰ ਹੋ ਗਈ ਤਾਂ ਗੁਰੂ ਦੀ ਖੁਸ਼ੀ ਨਹੀਂ ਮਿਲਣੀ। ਆਖੋ ਸਤਿਨਾਮ। ਕਹਿੰਦਾ ਘੋੜੇ ਤੇ ਚੜਿਆ ਤੇ ਤੁਹਾਡੇ ਕੋਲ ਆ ਗਿਆ।
ਹੁਣ ਰਾਜਾ ਕਹਿੰਦਾ ਐ ਕਰ, ਫਿਰ ਮੈਨੂੰ ਵੀ ਗੁਰੂ ਦੇ ਦਰਸ਼ਨ ਕਰਾ ਦੇ। ਆਖੋ ਸਤਿਨਾਮ। ਭੂਮੀਏ ਨੇ ਰਾਜੇ ਨੂੰ ਨਾਲ ਲਿਆ, ਗੁਰੂ ਦੇ ਦਰਸ਼ਨ ਕਰਵਾ ਦਿੱਤੇ, ਤੇ ਉਸ ਰਾਜੇ ਨੇ ਭਾਈ ਭੂਮੀਏ ਨੂੰ ਆਪਣਾ ਵਜ਼ੀਰ ਰੱਖ ਲਿਆ। ਆਖੋ ਸਤਿਨਾਮ। ਸੋ ਇਹ ਜਿਹੜੇ ਬਚਨ ਹੁੰਦੇ ਆ, ਇਹ ਆਪਾਂ ਵੀ ਆਪਣੇ ਜੀਵਨ ਵਿੱਚ ਢਾਲਣੇ ਹੁੰਦੇ ਨੇ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੀ ਆਇਆਂ ਨੂੰ, ਔਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਇਹੀ ਬੇਨਤੀ ਹੈ ਕਿ ਰੋਜ਼ ਭਾਈ ਬਾਣੀ ਨੂੰ ਪੜ੍ਹਿਆ ਕਰੋ, ਨਿਤਨੇਮ ਕਰਿਆ ਕਰੋ, ਮੂਲ ਮੰਤਰ ਦਾ ਜਾਪ ਕਰਿਆ ਕਰੋ। ਸਵੇਰੇ ਵੀ ਕੀਰਤਨ ਹੁੰਦਾ ਹੈ, ਤੇ ਲਗਭਗ ਹੁਣ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜੇ ਇੱਥੇ ਆ ਤਾਂ ਅਸੀਂ ਸਾਰੇ ਜਿੰਨੇ ਕਿ ਇੱਥੇ ਰਹਿੰਦੇ ਹਾਂ ਵੀ ਸਵੇਰ ਦਾ ਕੀਰਤਨ ਜਿਹੜਾ ਉਹ 6 ਤੋਂ 7, ਸਵਾ 7 ਵਜੇ ਤੱਕ ਆਪ ਸਾਰੇ ਮਿਲ ਜੁਲ ਕੇ ਕਰਿਆ ਕਰੀਏ। ਜੇ ਸ਼ਾਮ ਨੂੰ ਵੀ ਭਾਈ ਜੇ ਕਿਤੇ ਬਾਹਰ ਦੀਵਾਨ ਨਾ ਹੋਏ ਤਾਂ ਫਿਰ ਇੱਥੇ ਕੀਰਤਨ ਹੁੰਦਾ ਹੈ। ਤਾਂ ਸਾਰਿਆਂ ਨੂੰ ਬੇਨਤੀ ਹੈ ਸਮਾਂ ਕੱਢ ਕੇ ਜ਼ਰੂਰ ਆਇਆ ਕਰੋ। ਗੁਰੂ ਸਾਹਿਬ ਦੇ ਦਰ ਘਰ ਸੰਗਤਾਂ ਦੇ ਨਾਲ ਸੋਹਣੇ ਲੱਗਦੇ ਨੇ। ਵੈਸੇ ਤਾਂ ਸਤਿਗੁਰੂ ਦੇ ਪਿਆਰ ਦੇ ਵਿੱਚ ਸੇਵਾ ਤਾਂ ਚੱਲਦੀਆਂ ਹੀ ਰਹਿਣੀਆਂ। ਆ ਹੁਣ ਇਸ ਕਮਰੇ ਦੇ ਕੱਪ ਬੋਰਡ ਸ਼ੁਰੂ ਕਰਨੇ ਆ। ਮਹਾਰਾਜ ਦੇ ਕੱਪੜੇ ਜਿਹੜੇ ਆ ਉਹ ਸੁੱਖ ਨਾਲ ਵੱਧਦੇ ਜਾਂਦੇ ਆ। ਇੱਕ ਬੜਾ ਸੋਹਣਾ ਸੁਪੀਰੀਅਰ ਕੁਆਲਿਟੀ ਦਾ ਕੰਬਲ ਸੀ, ਮੇਰੇ ਖਿਆਲ ਆਪਣੇ ਕਿਸੇ ਦੇ ਵੀ ਘਰ ਚ ਉਵੇਂ ਦਾ ਕੰਬਲ ਨਹੀਂ ਹੋਣਾ। ਆਖੋ ਸਤਿਨਾਮ। ਤਾਂ ਕਿਸੇ ਅਣਜਾਣ ਨੇ ਅੰਦਰੋਂ ਚੁੱਕ ਕੇ, ਸਾਨੂੰ ਪਤਾ ਨਹੀਂ ਲੱਗਿਆ, ਉੱਪਰ ਲੈ ਕੇ ਸੌਂ ਗਿਆ ਉੱਧਰ। ਤਾਂ ਜਦੋਂ ਮੈਂ ਉਹ ਕਮਰੇ 'ਚ ਗਿਆ, ਮੈਂ ਕਿਹਾ ਵੀ ਆਹ ਕੰਬਲ ਇੱਥੇ ਕਿਵੇਂ ਆ ਗਿਆ? ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਕੰਬਲ ਹੈ। ਉਹ ਕਹਿੰਦਾ ਜੀ ਮੈਨੂੰ ਪਤਾ ਨਹੀਂ ਸੀ, ਮਾਫ ਕਰਿਓ, ਮੈਂ ਤਾਂ ਉੱਥੇ ਪਿਆ ਸੀ, ਚੱਕ ਕੇ ਲੈ ਆਇਆ। ਆਖੋ ਸਤਿਨਾਮ। ਤਾਂ ਫਿਰ ਸੋਚਿਆ ਵੀ ਇਹ ਹੁਣ ਇਹ ਸਾਰਾ ਪ੍ਰਬੰਧ ਆਪਾਂ ਨੂੰ ਕਰਨਾ ਪਏਗਾ, ਕਿਉਂਕਿ ਇੱਕ ਇੱਕ ਕੰਬਲ ਗੁਰੂ ਸਾਹਿਬ ਦੇ ਬੜੇ ਸੋਹਣੇ ਨੇ, ਵਸਤਰ ਬੜੇ ਸੋਹਣੇ ਨੇ, ਪਰ ਉਹ ਰੱਖਣ ਲਈ ਹੁਣ ਜਗ੍ਹਾ ਜਿਹੜੀ ਆ ਉਹ ਹੈ ਨਹੀਂ ਅੰਦਰ। ਭਾਵ ਇੱਕੋ ਅਲਮਾਰੀ ਹੈ, ਉਹਦੇ ਵਿੱਚ ਵਸਤਰ ਗਰਮੀ ਆ ਜਿਹੜੇ ਰੋਜ਼ ਬੁਲਾਉਂਦੇ ਆ ਆਪਾਂ ਰੁਮਾਲਾ ਸਾਹਿਬ ਉਹੀ ਹੁੰਦੇ ਆ। ਤੋ ਕੰਬਲ, ਚੰਦੋਆ ਸਾਹਿਬ, ਇਹ ਸਾਰੇ ਭਾਰੇ ਕੱਪੜੇ ਹੁੰਦੇ ਆ, ਉਹਨਾਂ ਵਾਸਤੇ ਜਗ੍ਹਾ ਹੁਣ ਉਹ ਸ਼ੁਰੂ ਕਰਨੀ ਹੈ। ਇੱਧਰ ਦੀ ਕੰਧ ਦਾ ਵਾਲਪੇਪਰ ਹੈ, ਉਹ ਪਹਿਲਾਂ ਇੱਧਰ ਕੁਝ ਛੱਤਿਆ ਨਹੀਂ ਸੀ, ਵਾਛੜ ਪੈ ਪੈ ਕੇ ਉਹ ਸਾਰਾ ਖਰਾਬ ਹੋ ਗਿਆ, ਉਹ ਸਾਰਾ ਚੇਂਜ ਕਰਨ ਵਾਲਾ ਹੈ। ਤੋ ਇਹ ਸਾਰੀਆਂ ਸੇਵਾ ਜਿਹੜੀਆਂ ਗੁਰੂ ਸਾਹਿਬ ਦੀ ਅਸੀਸਾਂ ਦੇ ਨਾਲ ਚੱਲੀ ਜਾਣੀਆਂ ਤੇ ਚੱਲੀ ਜਾਂਦੀਆਂ। ਪਰ ਜਦੋਂ ਆਪਾਂ ਰੋਜ਼ ਉੱਥੇ ਗੁਰੂ ਘਰ ਨਿਯਮ ਬਣਾ ਲੈਂਦੇ ਆ ਤਾਂ ਫਿਰ ਕੀ ਹੁੰਦਾ, ਉੱਥੇ ਜਿਹੜੇ ਸੇਵਾਦਾਰ ਸੇਵਾ ਕਰਦੇ ਹੁੰਦੇ ਆ ਉਹਨਾਂ ਦੇ ਮਨ ਦੇ ਵਿੱਚ ਹੋਰ ਉਤਸ਼ਾਹ ਹੁੰਦਾ ਹੈ ਵੀ ਗੁਰੂ ਕੇ ਪਿਆਰੇ ਸਿੱਖ ਸੰਗਤਾਂ ਮਹਾਰਾਜ ਦੇ ਦਰਸ਼ਨਾਂ ਨੂੰ ਆਉਂਦੀਆਂ, ਇਹਨੂੰ ਆਪਾਂ ਹੋਰ ਸੋਹਣਾ ਬਣਾਈਏ। ਆਖੋ ਸਤਿਨਾਮ। ਇਸ ਕਰਕੇ ਜਿਵੇਂ ਜਿਵੇਂ ਕਿਸੇ ਦੇ ਕੋਲ ਟਾਈਮ ਹੁੰਦਾ ਹੈ ਭਾਈ ਨਿਯਮ ਬਣਾਓ। ਤੋ ਜੇ ਐਂ ਲੱਗਦਾ ਹੁੰਦਾ ਨਾ ਵੀ ਮਟੀਲੀ ਸਾਹਿਬ ਦੂਰ ਹੈ, ਤਾਂ ਜਿੱਥੇ ਨੇੜੇ ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ, ਰੋਜ਼ ਗੁਰੂ ਸਾਹਿਬ ਦੇ ਦਰਸ਼ਨ ਕਰਿਆ ਕਰੋ। ਆਖੋ ਵਾਹਿਗੁਰੂ। ਜੇ ਸਿੱਖ ਰੋਜ਼ ਆਪਣੇ ਗੁਰੂ ਦੇ ਦਰਸ਼ਨ ਹੀ ਨਹੀਂ ਕਰ ਸਕਦਾ, ਉਹ ਦੱਸੋ ਆਪਣੀ ਜ਼ਿੰਦਗੀ 'ਚ ਹੋਰ ਕੀ ਕਰੇਗਾ? ਸਮਝਦੇ ਮੇਰੀ ਬੇਨਤੀ? ਜੇ ਸਿੱਖ ਕੋਲ ਰੋਜ਼ ਆਪਣੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਉਣ ਲਈ ਟਾਈਮ ਹੈ ਨਹੀਂ, ਫਿਰ ਉਹ ਕੀ ਕਰੇਗਾ? ਇਸ ਲਈ ਆਉਣ ਵਾਲੀ ਜਿਹੜੀ ਜ਼ਿੰਦਗੀ ਹੈ ਨਾ ਆਪਣੀ, ਤੁਸੀਂ 15 ਕੁ ਸਾਲ ਪਿੱਛੇ ਚਲੇ ਜਾਓ, ਆਪਣੇ ਬਜ਼ੁਰਗ ਬੜੀ ਸਕੂਨ ਦੀ ਜ਼ਿੰਦਗੀ ਜਿਉਂਦੇ ਸੀ। ਆਖੋ ਸਤਿਨਾਮ। ਹੁਣ ਆਪਾਂ ਸਾਰੇ ਲੋਕ ਕੁੱਲ ਮਿਲਾ ਕੇ ਚਿੰਤਾਵਾਂ ਦੇ ਵਿੱਚ ਗਰਸੇ ਗਏ। ਜਿਵੇਂ ਹੁਣ ਔਸਤਨ ਉਮਰ 60-65 ਸਾਲ ਹੈ ਨਾ, ਤੇ ਜਿੰਨੇ ਨੂੰ ਆਪਣੇ ਬੱਚਿਆਂ ਨੇ ਜਵਾਨ ਹੋਣਾ, ਮਾਫੀ ਦਿਓ, ਇਹ 40-45 ਸਾਲ ਦੀ ਰਹਿ ਜਾਣੀ। ਆਖੋ ਸਤਿਨਾਮ। ਦਿਨ ਪਰ ਦਿਨ ਇੰਨੀਆਂ ਚਿੰਤਾਵਾਂ, ਇੰਨੀਆਂ ਟੈਨਸ਼ਨਾਂ ਨੇ, ਤੇ ਆਪਾਂ ਨੂੰ ਪਤਾ ਹੀ ਹੈ ਵੀ ਚਿੰਤਾ ਉਮਰ ਘਟਾਉਂਦੀਆਂ ਹੁੰਦੀਆਂ। ਆਖੋ ਸਤਿਨਾਮ। ਇੱਕੋ ਇੱਕ ਹੱਲ ਹੈ, ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਓ। ਜਿੱਥੇ ਆਪਾਂ ਇਹ ਚਾਹੁੰਦੇ ਆ ਆਪਣੇ ਬੱਚੇ ਵਧੀਆ ਐਜੂਕੇਸ਼ਨ ਉਹਨਾਂ ਦੀ ਬੜੀ ਸੋਹਣੀ ਹੋਣੀ ਚਾਹੀਦੀ ਹੈ, ਵੈਲ ਸਟੱਡੀ ਹੋਣੀ ਚਾਹੀਦੀ ਹੈ। ਅਸੀਂ ਇੱਕ ਦਿਨ ਦਰਬਾਰ ਸਾਹਿਬ ਚਲੇ ਗਏ, ਉੱਥੇ ਇੱਕ ਅੰਗਰੇਜ਼ ਸਿੱਖ ਸੀਗਾ, ਤੇ ਉਹ ਕਹਿੰਦਾ ਵੀ ਮੈਂ ਕੁਝ ਦਰਬਾਰ ਸਾਹਿਬ ਬਾਰੇ ਨੌਲੇਜ ਲੈਣੀ ਚਾਹੁੰਦਾ। ਉਹ ਜ਼ੋਰਾਵਰ ਜੇ ਉਦੋਂ 5ਵੀਂ 'ਚ ਪੜ੍ਹਦਾ ਸੀਗਾ, ਤੇ ਉਹ ਕਹਿੰਦਾ ਵੀ ਆਏ ਨੇ ਸਿੱਖ, ਤੂੰ ਇੱਥੇ ਬੈਠ ਤੇ ਮੈਂ ਤੈਨੂੰ ਸਾਰੀ ਨੌਲੇਜ ਦੇਣਾ। ਆਖੋ ਸਤਿਨਾਮ। ਗੁਰੂ ਦੀ ਕਿਰਪਾ ਨਾਲ ਉਹਨੂੰ ਤਕਰੀਬਨ ਪਤਾ ਹੀ ਸੀ, ਤਾਂ ਮੈਂ ਵੀ ਕੋਲ ਬੈਠਾ ਸੀ। ਜਿਹੜੀ ਗੱਲ ਉਹਨੂੰ ਸਮਝ ਨਾ ਆਏ ਉਹ ਫਿਰ ਮੈਨੂੰ ਪੁੱਛਿਆ ਕਰੇ ਵੀ ਇਹਦਾ ਪਾਪਾ ਇਹਦਾ ਕੀ ਆਨਸਰ ਹੈ, ਮੈਂ ਦੱਸਿਆ ਕਰਾਂ, ਤਾਂ ਉਹ ਫਿਰ ਉਹ ਸਿੱਖ ਨੂੰ ਸਾਰੀ ਟਰਾਂਸਲੇਟ ਕਰਿਆ ਕਰੇ। ਆਖੋ ਵਾਹਿਗੁਰੂ। ਤਾਂ ਸਾਡੀ ਵੈਲ ਸਟੱਡੀ ਵੀ ਹੋਣੀ ਚਾਹੀਦੀ ਹੈ, ਪੜ੍ਹਾਈ ਵੀ ਸਾਡੀ ਬੜੀ ਵਧੀਆ ਹੋਣੀ ਚਾਹੀਦੀ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ 13 ਭਾਸ਼ਾ ਦਾ ਗਿਆਨ ਸੀ। ਆਖੋ ਵਾਹਿਗੁਰੂ। ਸਾਨੂੰ ਕਿੰਨੀਆਂ ਆਉਂਦੀਆਂ? ਕੱਲੀ ਪੰਜਾਬੀ ਆਖੋ ਸਤਿਨਾਮ। ਹਿੰਦੀ ਦੀ ਉਹਦੀ ਮਾਤਰਾ ਬੜੀ ਹੈ ਕਿ ਛੋਟੀ ਆ, ਆਪਾਂ ਨੂੰ ਪਤਾ ਹੀ ਨਹੀਂ ਲੱਗਦਾ। ਤੇ ਅੰਗਰੇਜ਼ੀ ਤਾਂ ਚਲੋ ਮਹਾਰਾਜ ਦੀ ਦਇਆ ਕਿਰਪਾ ਆਖੋ ਸਤਿਨਾਮ। ਤਾਂ ਆਪਾਂ ਨੂੰ ਤਾਂ ਕੁੱਲ ਮਿਲਾ ਕੇ ਕੱਲੀ ਪੰਜਾਬੀ ਹੀ ਆਉਂਦੀ ਆ। ਗੁਰੂ ਸਾਹਿਬ ਨੂੰ 13 ਭਾਸ਼ਾ ਆਉਂਦੀਆਂ ਸੀ, ਪਰਸ਼ੀਅਨ, ਫਾਰਸੀ, ਅਰਬੀ, ਸੰਸਕ੍ਰਿਤ। ਮੈਂ ਤਾਂ ਨਾਮ ਹੀ ਨਹੀਂ ਲੈ ਸਕਦਾ ਸਾਰੀਆਂ। ਜੇ ਤੁਸੀਂ ਇੰਗਲਿਸ਼ ਵੇਖੋ ਤਾਂ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਦੇ ਮੁਖ ਉਜਲੇ। ਉਦੋਂ ਪਹਿਲਾਂ ਆਉਂਦਾ ਨੇ ਚੰਗਿਆਈਆਂ ਬੁਰਾਈਆਂ ਵਾਚੈ। ਵਾਚ ਇੰਗਲਿਸ਼ ਦਾ ਸ਼ਬਦ ਆਖੋ ਸਤਿਨਾਮ। ਗੁਰੂ ਗ੍ਰੰਥ ਸਾਹਿਬ ਚ ਅੰਗਰੇਜ਼ੀ ਦੇ ਅੱਖਰ ਵੀ ਆਏ ਹੈ। ਜਿੱਥੇ ਮਹਾਰਾਜ ਗਏ ਹੈ ਉਸ ਭਾਸ਼ਾ ਦੇ ਵਿੱਚ ਹੀ ਕੀਰਤਨ ਹੋਏ ਹੈ। ਇਸ ਕਰਕੇ ਮੇਰੀ ਇਹ ਬੇਨਤੀ ਸੀ ਵੀ ਜਿੱਥੇ ਆਪਾਂ ਬੱਚਿਆਂ ਨੂੰ ਸਟੱਡੀ ਵਧੀਆ ਦੇਣੀ ਹੈ, ਉੱਥੇ ਨਾਲ ਨਾਲ ਇਹਨਾਂ ਨੂੰ ਗੁਰਬਾਣੀ ਦੇ ਲੜ ਵੀ ਲਾਓ। ਆਖੋ ਸਤਿਨਾਮ। ਗੁਰਬਾਣੀ ਤੋਂ ਬਿਨਾਂ ਇਹ ਆਪਣਾ ਜੀਵਨ ਵਧੀਆ ਨਹੀਂ ਜਿਉ ਸਕਣਗੇ। ਜੇ ਇਹਨਾਂ ਕੋਲ ਸਟੱਡੀ ਦੇ ਨਾਲ ਗੁਰਬਾਣੀ ਵੀ ਹੋਈ ਤਾਂ ਫਿਰ ਭਾਈ 4 ਚੰਨ ਲੱਗ ਜਾਣਗੇ। ਆਖੋ ਸਤਿਨਾਮ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਛਕਣ ਛਕਾਉਣ ਦਾ ਜੋ ਵੀ ਪ੍ਰਬੰਧ ਕੀਤਾ ਗਿਆ ਉਹ ਸਾਰਿਆਂ ਨੇ ਭਾਈ ਛਕ ਕੇ ਜਾਣਾ, ਕਿਉਂਕਿ ਰਾਤ ਦੇਹਰਾਦੂਨ ਕੀਰਤਨ ਸੀ। ਵੇਖੋ ਗੁਰੂ ਸਾਹਿਬ ਦੀ ਬਖਸ਼ਿਸ਼। ਬਾਬਾ ਜੀਆਂ ਦੇ ਬਚਨ ਹੈ ਕਿ 12 ਵਜੇ ਕੇ ਤਕਰੀਬਨ 21-22 ਮਿੰਟ ਤੇ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ। ਆਖੋ ਸਤਿਨਾਮ। ਤੋਂ ਅੱਗੇ ਜਿਹੜਾ ਮੇਰਾ ਸਮਾਂ ਉੱਥੇ ਹੁੰਦਾ ਸੀ ਉਹ ਹੁੰਦਾ ਸੀ 10:30 ਤੋਂ 12 ਵਜੇ। ਇਸ ਵਾਰੀ ਉਹਨਾਂ ਨੇ ਥੋੜਾ ਲੇਟ ਕਰਤਾ। ਪਹਿਲਾਂ ਮਨ ਚ ਆਇਆ ਵੀ ਲੇਟ ਹੋ ਗਿਆ, ਇਸ ਵਾਰੀ ਫਿਰ ਮਨ ਚ ਆਇਆ ਵੀ ਇਹ ਤਾਂ ਮਨਾ ਤੇਰੇ ਤੇ ਬਖਸ਼ਿਸ਼ ਹੋਈ ਹੈ। ਜਿਸ ਸਮੇਂ ਮਹਾਰਾਜ ਦਾ